स्वागत जी आया ਨੂੰ ਸਾਰੇ ਹੀ ਪਿਆਰੇ ਦਰਸ਼ਕਾਂ ਦਾ। ਤੁਸੀਂ ਵੇਖ ਰਹੇ ਹੋ ਪੰਜਾਬ 1 ਟੀਵੀ ਤੇ ਤੁਹਾਡੇ ਲਈ ਤੁਹਾਡਾ ਆਪਣਾ ਪ੍ਰੋਗਰਾਮ ਜਿਸ ਦਾ ਨਾਮ ਹੈ ਖਰੀਆਂ ਖੋਟੀਆਂ ਲੈ ਕੇ ਹਾਜ਼ਰ ਹੋਏ ਹਾਂ। ਮੈਂ ਹਾਂ ਕਮਲਪ੍ਰੀਤ ਕੌਰ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰਨੀਆਂ ਨੇ, ਪਰ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਜਾਣ ਤੋਂ ਪਹਿਲਾਂ ਆਓ ਸਾਰੇ ਜਣੇ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਸਾਰਾ ਭਾਈਚਾਰਾ ਉਹ ਭਰਾਵੋ ਇਹਦਾ ਪਹਿਲਾਂ ਆਪਾਂ ਸਵਾਗਤ ਕਰ ਲਈਏ। ਇਹ ਮੇਰੇ ਵੱਲੋਂ ਘੂਰੀਆਂ ਵੱਟੀ ਜਾਂਦੀ ਆ, ਇੱਦਾਂ ਦੇਖਦੀ ਜਿੱਦਾਂ ਕਿਤੇ ਮੈਨੂੰ ਖਾਈ ਜਾਣਾ ਹੁੰਦਾ, ਮੈਨੂੰ ਗੋਲੀ ਮਾਰ ਦੇਣੀ ਹੁੰਦੀ ਹੈ। ਤੁਹਾਡਾ ਵੀ ਸਵਾਗਤ। ਸ਼ੁਕਰੀਆ। ਮੈਂ ਤਾਂ ਕਿ ਚੇਤਾ ਭੁਲਾ ਦਿੱਤਾ। ਚੇਤਾ ਕਾਹਤੋਂ ਭੁਲਾਤਾ? ਮੈਂ ਆਉਣਾ ਸੀ ਹੌਲੀ ਹੌਲੀ, ਪਰ ਤੂੰ ਤਾਂ ਮੇਰੇ ਵੱਲ ਇਦਾਂ ਦੇਖਣ ਲੱਗ ਪਈ ਜਿੱਦਾਂ ਕਿਤੇ ਮੈਨੂੰ ਗੋਲੀ ਮਾਰ ਦੇਣੀ ਹੁੰਦੀ ਆ। ਨਾ ਹੁਣ ਤੁਸੀਂ ਮੇਰੇ ਤੇ ਐਵੇਂ ਇਦਾਂ ਲੱਗਦੇ ਪਏ ਜਿੱਦਾਂ ਬੋਲਦੇ ਪਏ ਹਾਵੀ ਹੋ ਕੇ ਚੜ ਕੇ ਮੇਰੇ ਤੇ ਆਉਂਦੇ ਪਏ, ਜਿੱਦਾਂ ਮੈਂ ਪਤਾ ਨਹੀਂ ਕੀ ਤੁਹਾਡਾ ਲੁੱਟ ਕੇ ਲੈ ਗਈ ਹੋਵਾਂ। ਫਿਰ ਮੈਂ ਐਕਸਪੈਕਟ ਕਰਦੀ ਪਈ ਸੀ ਕਿ ਤੁਸੀਂ ਮੈਨੂੰ ਕਦੋਂ ਸਤਿ ਸ਼੍ਰੀ ਅਕਾਲ ਬੁਲਾਓਗੇ। ਮੈਂ ਤਾਂ ਹੱਥ ਜੋੜਨ ਲਈ ਵੀ ਰੈਡੀ ਸੀ। ਮੈਂ ਕਿਹਾ ਇਹ ਕਰੀ ਕੀ ਜਾਂਦੇ ਪਏ ਆ। ਹਾਂ, ਲੋ ਸਤਿ ਸ਼੍ਰੀ ਅਕਾਲ ਕਮਲਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਕਿਵੇਂ ਹੋ? ਬਸ ਠੀਕ ਠਾਕ। ਤੁਸੀਂ ਲਓ ਜੀ, ਆਪਾਂ ਅੱਗੇ ਤੋਂ ਵੀ ਇਹ ਕੁੜੀ ਆਉਂਦੀ ਆ ਚੌਂ ਘੋੜਿਆਂ ਵਾਲੀ ਬੱਗੀ ਦੇ ਵਿੱਚ, ਤੇ ਆਪਾਂ ਇਹਨਾਂ ਨੂੰ ਆਉਂਦੇ ਨੇ ਪਹਿਲਾਂ 21 ਤੋਪਾਂ ਦੀ ਸਲਾਮੀ ਦੇ ਦਿਆ ਕਰਨੀ ਹੈ, ਕਿਉਂਕਿ ਇਹ ਸਾਡੇ ਕੋਲੋਂ ਚਾਹੁੰਦੇ ਨੇ ਮਾਣ ਤਾਣ, ਸਵਾਗਤ ਤੇ ਬਹੁਤ ਸਾਰਾ ਕੀ ਕਹਿੰਦੇ ਆ ਬਣਦਾ ਆ। ਕਿਉਂ ਨਹੀਂ ਸਵਾਗਤ ਹੋਣਾ ਚਾਹੀਦਾ ਬਈ? ਐਡੀ ਦੂਰ ਤੋਂ ਆਣਾ, ਮਿਹਨਤ ਕਰਦੇ ਆ, ਅਸੀਂ ਵੀ ਕੁਝ ਐਕਸਪੈਕਟ ਕਰਦੇ ਆ, ਸਾਡੀ ਵੀ ਕੋਈ ਇੱਜ਼ਤ ਆ। ਉਹ ਹਾਂਜੀ, ਉਹ ਪਲੀਜ਼ ਬੈਠੋ ਬੈਠੋ ਬੈਠੋ, ਤੁਸੀਂ ਬਹਿ ਜਾਓ, ਹਾਰ ਨਾ ਲੈ ਕੇ ਆਇਓ। ਬਹਿ ਜਾਓ। ਮੈਂ ਕਹਿ ਤਾ ਉਹਨੂੰ, ਉਹ ਤਾਂ ਹਾਰ ਚੱਕੀ ਫਿਰਦੇ ਸੀ। ਅੱਛਾ, ਤੁਹਾਡੇ ਸਵਾਗਤ, ਕਿਉਂਕਿ ਤੁਹਾਨੂੰ ਐਵੇਂ ਸੜਿਆ ਨਾ ਕਰਿਓ। ਹਾਂਜੀ, ਦੇਖੋ ਕਿੰਨੇ ਜਿਹੜੇ ਸਾਡੇ ਇਹ ਰਿਸ਼ਤਾ ਜਿਹੜਾ ਹੈਗਾ ਕਿੰਨਾ ਪਿਆਰਾ ਹੈਗਾ। ਉਹ ਹਾਰ ਚੱਕੀ ਲੈ ਕੇ ਆਉਂਦੇ ਸੀ ਸਵਾਗਤ ਕਰਨ ਲਈ। ਲਓ ਜੀ, ਐਵੇਂ ਸੜਦੇ ਹੋਣੇ ਤੁਸੀਂ। ਉਹ ਨਹੀਂ, ਮੈਂ ਹਾਰ ਨੂੰ ਕਹਿਤਾ, ਮੈਂ ਕਿਹਾ ਵੀ ਰੁਕ ਜਾਓ ਹਲੇ, ਤੁਸੀਂ ਇੰਨੀ ਛੇਤੀ ਕਾਲੇ ਨਾ ਪਾਓ। ਅੱਛਾ, ਹਲੇ ਆਲਣ ਦਿਓ ਵੇਲਾ, ਘਬਰਾਓ ਨਾ। ਕਿਹੜਾ ਵੇਲਾ ਆਉਣਾ ਫਿਰ? ਜਿਹੜੀ ਜਦੋਂ ਹਾਰ ਪੈਂਦੇ ਹੁੰਦੇ ਆ। ਲੈ ਦੱਸ ਭਲਾ ਯਾਰ, ਹਾਰ ਦੋ ਟਾਈਮ ਤੇ ਪੈਂਦੇ ਬੰਦੇ ਦੇ। ਅੱਛਾ, ਹਲੇ ਇੱਕ ਟਾਈਮ ਤੇਰਾ ਬਹੁਤ ਦੂਰ ਆ। ਇੱਕ ਟਾਈਮ ਉਦੋਂ ਜਦੋਂ ਖੁਸ਼ੀਆਂ ਆਉਂਦੀਆਂ, ਜਿੱਤਾਂ ਹੁੰਦੀਆਂ ਬੰਦੇ ਦੀਆਂ, ਉਦੋਂ ਹਾਰ ਪੈਂਦੇ। ਜਦੋਂ ਬਹੁਤ ਵਧੀਆ ਪ੍ਰੋਗਰਾਮ ਕਰਦਾ ਹੈ ਉਦੋਂ ਹਾਰ ਪੈਂਦੇ ਆ। ਹਲੇ ਤੂੰ ਬਹੁਤ ਵਧੀਆ ਪ੍ਰੋਗਰਾਮ ਕਰਦੀ ਹੈ। ਕਿਉਂ? ਮਾੜਾ ਵੀ ਕਦੋਂ ਕਰਦੇ ਆ? ਮਾੜਾ ਵੀ ਕਦੋਂ? ਦੇਖੋ, ਆਸਾਂ ਜਿਹੜੀਆਂ ਨਾ, ਜਿੱਦਾਂ ਹੁਣ ਤੁਸੀਂ ਕਹਿੰਦੇ ਮੈਂ ਮਾੜਾ ਵੀ ਕਦੋਂ ਕਰਦੀ ਆ। ਯਾਰ ਹਰ ਇੱਕ ਨੂੰ ਆਸ ਹੁੰਦੀ ਆ। ਸਾਨੂੰ ਆਸ ਹੁੰਦੀ ਕਿ ਸਾਡਾ ਪ੍ਰੋਗਰਾਮ ਵਧੀਆ ਹੋ ਜਾਵੇ। ਤੈਨੂੰ ਆਸ ਹੁੰਦੀ ਕਿ ਵਧੀਆ ਵਧੀਆ ਪੇ ਮਿਲ ਜਾਵੇ। ਤੁਹਾਨੂੰ ਤਾਂ ਹੁੰਦੀ ਨਹੀਂ। ਮੈਨੂੰ ਵੀ ਹੁੰਦੀ ਆ। ਮੈਂ ਤਾਂ ਤੇਰੇ ਮਗਰ ਹੀ ਆ ਯਾਰ। ਨਾ ਮੈਂ ਆ ਮਗਰ ਤੁਹਾਡੇ। ਮੈਂ ਦੇਖੋ, ਗੱਲ ਇਹ ਹੈ ਕਿ ਹਰ ਇੱਕ ਬੰਦੇ ਦੀ ਆਪਣੀ ਆਸ ਹੁੰਦੀ ਹੈ। ਹਾਂ, ਬਿਲਕੁਲ। ਆਸ ਦੇ ਸਹਾਰੇ ਬੰਦਾ ਜਿਉਂਦਾ, ਸੱਚੀ ਗੱਲ ਹੈ। ਇਹਨਾਂ ਆਸਾਂ ਦੇ ਨਾਲ ਜ਼ਿੰਦਗੀ ਬੱਝੀ ਹੋਈ ਹੈ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਸ ਹੀ ਬੰਦਾ ਚੱਲਦਾ ਗਿਆ, ਹੈ ਨਾ? ਬਿਲਕੁਲ ਸਹੀ ਕਿਹਾ। ਹਾਂ, ਆਸ ਹੈ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਜਿਉਂਦੇ ਹਾਂ, ਹੈ ਨਾ? ਬਿਲਕੁਲ। ਜਦੋਂ ਆਸ ਸਾਡੀ ਟੁੱਟ ਜਾਂਦੀ ਹੈ ਨਾ, ਤਾਂ ਸਾਨੂੰ ਲੱਗਦਾ ਹੈ ਕਿ ਸਾਡਾ ਤਾਂ ਹੁਣ ਮਰਨਾ ਹੀ ਹੋ ਗਿਆ। ਆਪਾਂ ਸਾਰਿਆਂ ਨੇ ਕਹਾਣੀ ਪੜ੍ਹੀ ਹੋਈ ਹੈ। ਕਿਹੜੀ ਕਹਾਣੀ? ਦ ਲਾਸਟ ਲੀਵ, ਹੈ ਨਾ? ਅੰਗਰੇਜ਼ੀ ਆ? ਹਾਂ, ਅੰਗਰੇਜ਼ੀ। ਫੇਰ ਨਹੀਂ ਮੈਂ ਪੜ੍ਹੀ। ਅੱਛਾ, ਮੇਰਾ ਅੰਗਰੇਜ਼ੀ ਹੱਥ ਬਹੁਤ ਤੰਗ ਹੈ। ਅੱਛਾ, ਪਿਛਲੇ ਪ੍ਰੋਗਰਾਮ ਤੇ ਤਾਂ ਬੜੀ ਅੰਗਰੇਜ਼ੀ ਮਾਰਦੇ ਸੀ। ਕਿਤੇ ਮੈਂ ਸਿੱਖ ਗਿਆ ਹੋਣਾ। ਇੰਪੋਸੀਬਲ, ਆਈ ਐਮ ਕੱਟ ਦੋ। ਉਹ ਮੈਂ ਕਿਸੇ ਵੇਲੇ ਸਿੱਖ ਗਿਆ ਹੋਣਾ। ਅੱਛਾ, ਚਲੋ ਮੈਂ ਸੁਣਾਉਂਦੀ ਆ ਤੁਹਾਨੂੰ। ਕਹਾਣੀ ਏਦਾਂ ਸੀਗੀ ਕਿ ਇੱਕ ਕੁੜੀ ਨੂੰ ਹੋ ਜਾਂਦਾ ਹੈ ਬੁਖਾਰ, ਤੇ ਬਹੁਤ ਜ਼ਿਆਦਾ ਬੁਖਾਰ ਹੋਇਆ, ਨਿਮੋਨੀਆ ਹੋ ਜਾਂਦਾ ਹੈਗਾ, ਤੇ ਡਾਕਟਰ ਉਹਨੂੰ ਕਹਿੰਦਾ ਹੈਗਾ ਕਿ ਤੂੰ ਹੁਣ ਬਚਣਾ ਨਹੀਂ, ਮਰ ਜਾਣਾ ਆ। ਹੁਣ ਕੁੜੀ ਬੜੀ ਚਿੰਤਤ ਹੁੰਦੀ ਹੈ ਕਿ ਮੈਂ ਮਰ ਜਾਣਾ ਆ। ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ। ਜਿਹਨੂੰ ਪਹਿਲੇ ਪਤਾ ਲੱਗ ਜਾਵੇ ਮੈਂ ਮਰ ਜਾਣਾ ਆ, ਉਹਦੇ ਹਾਲਾਤ ਕਿੱਦਾਂ ਦੇ ਹੋਣਗੇ ਪਤਾ ਹੈ ਸਾਨੂੰ ਸਾਰਿਆਂ ਨੂੰ, ਹੈ ਨਾ? ਤੇ ਕੀ ਹੁੰਦਾ ਹੈ ਕਿ ਉਹ ਜਿੱਥੇ ਘਰ ਦੇ ਉੱਪਰ ਰਹਿੰਦੇ ਹੁੰਦੇ ਆ, ਨੀਚੇ ਇੱਕ ਪੇਂਟਰ ਰਹਿੰਦਾ ਹੁੰਦਾ ਹੈ। ਤੇ ਫਿਰ ਉਹਦੀ ਜਿਹੜੀ ਭੈਣ ਹੁੰਦੀ ਹੈ, ਉਹ ਕਹਿੰਦੀ ਕਿ ਇਹਨੂੰ ਪਤਾ ਲੱਗ ਗਿਆ ਕਿ ਮੈਂ ਮਰ ਜਾਣਾ, ਤੇ ਦਿਨੋਂ ਦਿਨ ਹੋਰ ਜ਼ਿਆਦਾ ਤਬੀਅਤ ਖਰਾਬ ਹੋਈ ਜਾਂਦੀ ਹੈ। ਕਿਉਂਕਿ ਸਾਡੀ ਸਾਈਕੋਲੋਜੀ ਤੇ ਜਦੋਂ ਕੋਈ ਚੀਜ਼ ਮਾਰੂ ਕਰਦੀ ਹੈਗੀ ਆ, ਸਾਡੇ ਤੇ ਪ੍ਰਭਾਵ ਹਾਵੀ ਹੋ ਜਾਂਦਾ ਹੈ, ਤੇ ਸਾਡੀ ਜਿਹੜੀ ਸਿਹਤ ਪਹਿਲੇ ਵਰਗੀ ਹੁੰਦੀ ਹੈ, ਉਸ ਤੋਂ ਵੀ ਜ਼ਿਆਦਾ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਸਹੀ ਗੱਲ ਹੈ। ਸੋ ਅਸੀਂ ਸੋਚਣ ਲੱਗ ਪੰਨੇ, ਉੱਦਾਂ ਦੀਆਂ ਐਕਟੀਵਿਟੀਜ਼ ਕਰਨ ਲੱਗ ਪੰਨੇ ਹੈਗੇ ਆ। ਅਸੀਂ ਕਹਿੰਦੇ ਉਸ ਤਾਂ ਬਚਣਾ ਨਹੀਂ, ਅਸੀਂ ਇਹ ਚੀਜ਼ਾਂ ਨੂੰ ਕਰਕੇ। ਕੀ ਹੁੰਦਾ ਹੈ, ਤੇ ਉਹਦੀ ਜਿਹੜੀ ਭੈਣ ਹੁੰਦੀ ਹੈ, ਉਹ ਨੀਚੇ ਆਪਣੇ ਜਿਹੜੇ ਉਹਦੇ ਰੂਮ 'ਚ ਜਾਂਦੀ ਹੈ, ਪੇਂਟਰ ਦੇ ਰੂਮ 'ਚ ਜਾਂਦੀ ਹੈ। ਉਹ ਕਹਿੰਦੀ ਹੈ ਕਿ ਨਾ ਮੇਰੀ ਭੈਣ ਹਮੇਸ਼ਾ ਖਿੜਕੀ ਦੇ ਵਿੱਚੋਂ ਦੀ ਨਾ ਇੱਕ ਦਰਖਤ ਨੂੰ ਦੇਖਦੀ ਰਹਿੰਦੀ ਹੈ। ਉਹਦੇ ਕੋਲ ਹੁੰਦੀ ਹੈ ਬੇਲ, ਠੀਕ ਆ? ਉਹ ਬੇਲ ਉੱਤੇ ਜਿਹੜੇ ਹੈਗੇ ਆ ਪੱਤੇ ਹੁੰਦੇ ਆ, ਉਹ ਚੱਲ ਰਿਹਾ ਹੁੰਦਾ ਹੈ ਸਮਾਂ ਪਤਝੜ ਦਾ। ਉਹ ਕਹਿੰਦੀ ਆ ਆਪਣੇ ਆਪ ਨੂੰ ਇੱਕ ਸਾਈਕੋਲੋਜੀ ਜਿਹੜੀ ਹੈਗੀ ਉਹ ਬਣਾ ਲੈਂਦੀ ਹੈ, ਜਿੱਦਾਂ ਜਿੱਦਾਂ ਪੱਤੇ ਝੜੀ ਜਾਣੇ ਆ ਨਾ, ਉਦਾਂ ਮੇਰੀ ਮੌਤ ਹੋ ਜਾਣੀ ਆ। ਅੱਛਾ। ਹਾਂ, ਤੇ ਉਹ ਬੇਲ ਉੱਤੇ ਪੱਤੇ ਜਦੋਂ ਝੜਦੇ, ਉਹਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ। ਤੇ ਉਹ ਸਾਰੀ ਕਹਾਣੀ ਜਿਹੜੀ ਹੈਗੀ ਆਪਣੇ ਉਹ ਪੇਂਟਰ ਨੂੰ ਦੱਸਦੀ ਹੈ, ਤੇ ਪੇਂਟਰ ਨੂੰ ਕਹਿੰਦੀ ਹੈ ਕਿ ਸਾਹਮਣੇ ਵਾਲੀ ਕੰਧ ਤੇ ਹੂਬਹੂ ਏਦਾਂ ਦੀ ਬੇਲ ਬਣਾ ਦੇ, ਕਿਉਂਕਿ ਅੱਜ ਜਿਹੜਾ ਅਖੀਰੀ ਪੱਤਾ ਰਹਿ ਗਿਆ ਹੈਗਾ ਆ, ਜੇ ਉਹ ਡਿੱਗ ਗਿਆ ਤੇ ਉਹ ਮਰ ਜਾਏਗੀ। ਅੱਛਾ, ਹੈ ਨਾ? ਸੋ ਉਹ ਸੋਚ ਲੈਂਦੀ, ਆਸ ਲਗਾਉਂਦੀ ਹੈਗੀ ਆ। ਜਿਹੜੀ ਬਿਮਾਰ ਹੁੰਦੀ ਆ ਕੁੜੀ, ਉਹ ਕਹਿੰਦੀ ਕਿ ਅੱਜ ਮੇਰਾ ਸ਼ਾਇਦ ਅੰਤਲਾ ਸਮਾਂ ਆ ਗਿਆ, ਅੱਜ ਦਾ ਮੇਰਾ ਲਾਸਟ ਦਿਨ ਹੈਗਾ ਆ, ਤੇ ਮੈਂ ਮਰ ਮੁੱਕ ਜਾਣਾ, ਹੈ ਨਾ?
ਤੇ ਕੀ ਹੁੰਦਾ, ਹਨੇਰੀ ਬੜੀ ਆਉਂਦੀ, ਝੱਖੜ ਬੜੇ ਆਉਂਦੇ ਹੈਗੇ, ਉਹ ਖਿੜਕੀ ਬੰਦ ਕਰ ਦਿੰਦੀ ਉਹਦੀ ਭੈਣ। ਤੇ ਜਿਹੜੀ ਬਿਮਾਰ ਕੁੜੀ ਹੁੰਦੀ ਹੈ ਕਹਿੰਦੀ ਖਿੜਕੀ ਖੋਲ ਦੇ, ਤੂੰ ਬੰਦ ਨਾ ਕਰ, ਭਾਵੇਂ ਝੱਖੜ ਆਉਂਦਾ, ਹਨੇਰੀ ਆਉਂਦੀ, ਪਰ ਮੈਂ, ਉਹਨੂੰ ਪਤਾ ਹੁੰਦਾ ਕਿ ਉਹ ਬੇਲ ਵੱਲ ਦੇਖਦੀ ਹੈ ਤੇ ਇੱਕ ਪੱਤਾ ਰਹਿ ਗਿਆ, ਜੇ ਹਨੇਰੀ ਦੇ ਨਾਲ ਡਿੱਗ ਗਿਆ ਤਾਂ ਖਤਮ ਹੋ ਜਾਣੀ ਉਹਦੀ ਜ਼ਿੰਦਗੀ ਵੀ। ਕੀ ਹੁੰਦਾ ਹੈ ਕਿ ਜਦੋਂ ਖਿੜਕੀ ਬੰਦ ਕਰਦੀ ਹੈ ਤੇ ਜਿਹੜਾ ਪੇਂਟਰ ਹੁੰਦਾ ਹੈ ਉਹ ਜਾ ਕੇ ਕੰਧ ਤੇ ਹੂਬਹੂ ਉੱਦਾਂ ਦੀ ਬੇਲ ਬਣਾ ਦਿੰਦਾ ਹੈ, ਤੇ ਜਿਹੜੀ ਅਸਲ ਵਾਲੀ ਬੇਲ ਹੁੰਦੀ ਹੈ ਉਹਨੂੰ ਸਾਈਡ ਤੇ ਕਰ ਦਿੱਤਾ ਜਾਂਦਾ ਹੈ, ਤੇ ਉਹਦੇ ਉੱਤੇ ਜਿਹੜਾ ਇੱਕ ਲਾਸਟ ਜਿਹੜਾ ਲੀਫ ਹੁੰਦਾ ਹੈ ਉਹ ਹਮੇਸ਼ਾ ਬਣਿਆ ਹੀ ਰਹਿੰਦਾ ਹੈ। ਤੇ ਉਹਨੂੰ ਦੇਖ ਦੇਖ ਕੇ ਜਦੋਂ ਹਨੇਰੀ ਆਉਂਦੀ, ਝੱਖੜ ਆਉਂਦਾ, ਜਦੋਂ ਇਹ ਸ਼ਾਂਤ ਹੋ ਜਾਂਦਾ, ਉਹ ਜਦੋਂ ਖਿੜਕੀ ਖੋਲਦੀ ਹੈ ਤੇ ਉਹ ਦੇਖਦੀ ਆ, ਕਹਿੰਦੀ ਕਿ ਇਹ ਤਾਂ ਡਿੱਗਿਆ ਨਹੀਂ। ਉਹਦੇ ਮਨ ਵਿੱਚ ਆਸ ਵਧਣੀ ਸ਼ੁਰੂ ਹੋ ਜਾਂਦੀ ਹੈ ਕਿ ਹਨੇਰੀ ਝੱਖੜ ਦੇ ਨਾਲ ਵੀ ਜੇ ਡਿੱਗਿਆ ਨਹੀਂ, ਮੈਂ ਵੀ ਬਚ ਸਕਦੀ ਹਾਂ, ਜਦ ਤੱਕ ਇਹ ਲੀਫ ਡਿੱਗਦਾ ਨਹੀਂ ਮੈਂ ਨਹੀਂ ਮਰਾਂਗੀ, ਹੈ ਨਾ। ਬਿਲਕੁਲ। ਤੇ ਉਹ ਹੌਲੀ ਹੌਲੀ ਦਿਨ ਜਾਂਦੇ, 2 ਦਿਨ ਜਾਂਦੇ, 3 ਦਿਨ ਜਾਂਦੇ, ਉਹ ਲੀਫ ਤਾਂ ਉੱਦਾਂ ਦਾ ਉੱਦਾਂ ਡੁਪਲੀਕੇਟ ਹੁੰਦਾ, ਉਹਨੂੰ ਤਾਂ ਕੁਝ ਨਹੀਂ ਹੋਣਾ, ਹੈ ਨਾ। ਤੇ ਉਹਦੀ ਤਬੀਅਤ ਦੇ ਵਿੱਚ ਸੁਧਾਰ ਆਣਾ ਸ਼ੁਰੂ ਹੋ ਜਾਂਦਾ ਹੈ। ਤੇ ਡਾਕਟਰ ਬੜਾ ਹੈਰਾਨ ਹੁੰਦਾ ਹੈ ਕਿ ਇਹਦੀ ਤਬੀਅਤ ਵਿਗੜ ਰਹੀ ਸੀ, ਕਿੱਦਾਂ ਹੋ ਗਈ। ਫਿਰ ਉਹ ਸਾਰਾ ਜਿਹੜੀ ਕਹਾਣੀਆਂ ਸੁਣਾਦੀ, ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ, ਫਿਰ ਆਪਣੀ ਭੈਣ ਨੂੰ ਦੱਸਦੀ ਹੈਗੀ ਆ ਕਿ ਇਸ ਲਾਸਟ ਲੀਫ ਨੇ ਤੈਨੂੰ ਬਚਾਇਆ, ਤੂੰ ਇਹਨੂੰ ਦੇਖ ਕੇ ਆਪਣੀ ਸਾਈਕੋਲੋਜੀ ਜਿਹੜੀ ਹੈਗੀ ਉਹ ਬਣਾ ਲਈ ਸੀ ਕਿ ਇਸ ਲਾਸਟ ਪੱਤੇ ਤੱਕਰ ਜੇ ਉਹ ਡਿੱਗ ਗਿਆ ਤੇ ਮੈਂ ਮਰ ਜਾਵਾਂਗੀ। ਸੋ ਇਦਾਂ ਦੀ ਸਾਡੀ ਆਸ ਹੁੰਦੀ ਹੈ। ਅਸੀਂ ਜਦੋਂ ਕਿਸੇ ਤੇ ਆਸ ਲਗਾਉਂਦੇ ਆ, ਜਦੋਂ ਸਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਅਸੀਂ ਉਹ ਤੋਂ ਐਕਸਪੈਕਟ ਕਰਦੇ ਆ, ਉਹ ਚੀਜ਼ਾਂ ਜਦੋਂ ਪੂਰੀਆਂ ਹੋਈਆਂ ਸਾਨੂੰ ਲੱਗਦਾ ਸਾਡੀ ਜ਼ਿੰਦਗੀ ਹੈ। ਜਦੋਂ ਨਹੀਂ ਲੱਗਦਾ ਫਿਰ ਅਸੀਂ ਉਦਾਸ ਵੀ ਹੁੰਦੇ ਆ, ਜਿਹੜੀ ਸਾਡੇ ਕੋਲ ਚੀਜ਼ ਹੁੰਦੀ ਹੈ ਅਸੀਂ ਉਹਨੂੰ ਵੀ ਨਹੀਂ ਭੋਗ ਸਕਦੇ, ਹੈ ਨਾ। ਸੋ ਇਹ ਸਾਰੀ ਕਹਾਣੀ ਸੀ। ਮੈਂ ਤਾਂ ਇਸ ਕਹਾਣੀ ਦੇ ਵਿੱਚ ਇੰਨਾ ਖੁੱਭ ਗਿਆ ਸੀ ਨਾ, ਮੈਨੂੰ ਉਹ ਕੰਧ ਦੇ ਉੱਪਰੋਂ ਪੇਂਟਰ ਮੈਨੂੰ ਦਿਖਾਈ ਦੇ ਰਿਹਾ ਸੀਗਾ ਕਿ ਉਹ ਪੱਤੇ ਬਣਾ ਉਹ ਤਸਵੀਰਾਂ ਬਣਾ ਰਿਹਾ, ਮੈਨੂੰ ਖਿੜਕੀ, ਮੈਨੂੰ ਹਨੇਰੀ ਚੱਲਦੀ ਹੋਈ ਉਹ ਮਹਿਸੂਸ ਹੋ ਰਹੀ ਸੀ। ਉਹ ਦੋ ਭੈਣਾਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੀਆਂ ਮਹਿਸੂਸ ਹੋ ਰਹੀਆਂ ਸੀ। ਮੈਨੂੰ ਇੱਥੇ ਕਮਲਪ੍ਰੀਤ ਦਿਖਾਈ ਨਹੀਂ ਸੀ ਦੇ ਰਹੀ। ਕਮਲਪ੍ਰੀਤ, ਇਹ ਇੱਕ ਬਹੁਤ ਵੱਡੀ ਚੀਜ਼ ਆ। ਤੁਸੀਂ ਕਿਸੇ ਨੂੰ ਚੀਜ਼ ਕਿੱਦਾਂ ਸੁਣਾਉਂਦੇ ਹੋ? ਇਹ ਤੁਹਾਡੀ ਕਹਾਣੀ ਸੁਣਾਈ, ਤੂੰ ਚੰਗੀ ਸੁਣਾਈ ਆ, ਤੇਰਾ ਸਵਾਗਤ ਕਰਨਾ ਬਣਦਾ ਹੀ ਸੀ। ਬਣਦਾ ਹੀ ਸੀਗਾ। ਸੋ ਕਾਰਨ ਇਹ ਹੈ ਨਾ ਕਿ ਇੱਕ ਆਸ ਹੁੰਦੀ, ਮੈਂ ਵੀ ਇੱਕ ਆਸ ਦੇ ਨਾਲ ਕਹਾਣੀ ਸੁਣ ਰਿਹਾ ਸੀ ਕਿ ਇਹ ਕਹਾਣੀ ਦੇ ਵਿੱਚੋਂ ਨਿਕਲਦਾ ਕੀ ਹੈ। ਤੁਸੀਂ ਆਪਣੀ ਕਹਾਣੀ ਦੇ ਪਾਤਰਾਂ ਦੇ ਨਾਲ ਨਾਲ ਮੈਨੂੰ ਲੈ ਕੇ ਗਏ, ਕਦੇ ਉਸ ਦਰਖਤ ਦੇ ਕੋਲ ਜਿੱਥੇ ਉਹ ਬੇਲ ਆ, ਕਦੇ ਉਸ ਕੰਧ ਦੇ ਕੋਲ ਜਿੱਥੇ ਉਹ ਪੇਂਟਰ ਬਣਾਉਂਦਾ ਹੈ, ਕਦੇ ਉਹ ਭੈਣ ਜਿਹੜੀ ਕਿ ਕੁੰਡੀ ਖਿੜਕੀ ਦੀ ਲਾਉਂਦੀ ਹੈ, ਕਦੇ ਉਹਨੂੰ ਕਮਰੇ ਦੇ ਵਿੱਚ ਬਿਠਾਉਂਦੀ ਹੈ, ਕਦੇ ਡਾਕਟਰ ਕੋਲ ਜਾਂਦੀ, ਕਈ ਕੁਛ। ਇਹ ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਘਟਦੀਆਂ, ਅਸੀਂ ਲੋਕ ਆਸਾਂ ਲਗਾਉਂਦੇ ਹਾਂ। ਠੀਕ ਹੈ, ਮੈਂ ਤੁਹਾਡੇ ਕੋਲੋਂ ਆਸਾਂ ਲਗਾਉਣਾ ਬਹੁਤ, ਤੁਸੀਂ ਕਿਸੇ ਹੋਰ ਕੋਲੋਂ ਲਗਾਉਂਦੇ ਹੋਵੋਗੇ। ਮਾਂ-ਬਾਪ ਆਪਣੇ ਬੱਚਿਆਂ ਕੋਲੋਂ ਆਸਾਂ ਲਗਾਉਂਦੇ ਆ, ਬੱਚੇ ਮਾਂ-ਬਾਪ ਦੇ ਕੋਲੋਂ ਆਸਾਂ ਲਗਾਉਂਦੇ ਆ। ਇਹ ਜਿਹੜੀਆਂ ਆਸਾਂ ਨੇ, ਇਹ ਆਸਾਂ ਇੱਕ ਤਾਂ ਸਾਨੂੰ ਇੱਕ ਦੂਸਰੇ ਨਾਲ ਬੰਨੀ ਵੀ ਰੱਖਦੀਆਂ, ਪਰ ਨਾਲ ਦੀ ਨਾਲ ਇਹਨਾਂ ਆਸਾਂ ਦੇ ਮਗਰਲੀ ਜਿਹੜੀ ਕਹਾਣੀ ਹੁੰਦੀ ਹੈ ਨਾ, ਉਹ ਕਹਾਣੀ ਕਈ ਵਾਰ ਸਾਨੂੰ ਤੰਗ ਵੀ ਕਰਦੀ ਹੈ, ਕਈ ਵਾਰ ਸਾਨੂੰ ਪਰੇਸ਼ਾਨ ਵੀ ਕਰਦੀ ਹੈ। ਹੁਣ ਜੇਕਰ ਅਸੀਂ ਅੱਜ ਦੀ ਅਜੋਕੇ ਸਮੇਂ ਦੀ ਗੱਲ ਕਰੀਏ, ਇੱਕ ਕੋਈ ਵੀ ਕਿਸੇ ਪਰਿਵਾਰ ਦਾ ਵਿਆਹ ਹੁੰਦਾ ਕੋਈ ਜੀ, ਹਾਂਜੀ, ਉਹਨਾਂ ਨੂੰ ਆਸ ਹੁੰਦੀ ਕਿ ਇਹਦੇ ਬੱਚੇ ਹੋਣਗੇ, ਠੀਕ ਹੈ ਨਾ, ਪਰਿਵਾਰ ਵਧੇਗਾ, ਫੁਲਬਾੜੀ ਅੱਗੇ ਵਧੇਗੀ, ਫਿਰ ਗਾਂ ਬੱਚੇ ਹੁੰਦੇ ਆ। ਜਦੋਂ ਬੱਚੇ ਹੁੰਦੇ ਫਿਰ ਉਹਨਾਂ ਦੀਆਂ ਆਸਾਂ ਹੋਰ ਵੱਧਦੀਆਂ, ਇਹਨੂੰ ਆਪਾਂ ਕੋਈ ਵੱਡਾ ਅਫਸਰ ਬਣਾਵਾਂਗੇ, ਇਹਨੂੰ ਪੜ੍ਹਾਵਾਂਗੇ, ਇਹਨੂੰ ਲਿਖਾਵਾਂਗੇ। ਉਹ ਆਸਾਂ ਦੇ ਮੁਤਾਬਕ ਉਹ ਕੰਮ ਕਰਦੇ ਆ। ਫਿਰ ਉਹ ਕਹਿੰਦੇ ਕਿ ਨਹੀਂ, ਇਹਨੂੰ ਇੱਕ ਆਪਾਂ ਵਧੀਆ ਜੌਬ ਦੇ ਉੱਪਰ ਲਗਾਵਾਂਗੇ। ਉਹ ਜੌਬ ਦੇ ਉੱਪਰ ਉਹਨਾਂ ਦੀ ਆਸ ਹੁੰਦੀ ਹੈ, ਉਹ ਜੌਬ ਤੇ ਵੀ ਲੱਗ ਜਾਂਦਾ ਹੈ। ਫਿਰ ਉਹਨਾਂ ਦੀ ਆਸ ਹੁੰਦੀ ਕਿ ਹੁਣ ਹਾਂ ਆਪਾਂ ਇਹਦੀ ਸੇਵਾ ਕਰਨ ਦੇ ਵਾਸਤੇ ਇਹਦੀ ਕੋਈ ਜ਼ਿੰਦਗੀ ਦੇ ਵਿੱਚ ਕੋਈ ਹੋਰ ਲੈ ਕੇ ਆਈਏ। ਫਿਰ ਉਹਦਾ ਵਿਆਹ ਹੁੰਦਾ, ਗਾਂ ਉਹਦੇ ਬੱਚੇ ਹੁੰਦੇ ਨੇ, ਇਸੇ ਤਰ੍ਹਾਂ ਹੀ ਇਹ ਸਰਕਲ ਚੱਲਦਾ ਰਹਿੰਦਾ। ਪਰ ਅਸੀਂ ਕਈ ਵਾਰ ਇਹਨਾਂ ਆਸਾਂ ਉਮੀਦਾਂ ਦੇ ਵਿਚਕਾਰ ਇਸ ਸਫ਼ਰ ਦੇ ਦੌਰਾਨ ਕਈ ਵਾਰ ਇਹ ਵੀ ਦੇਖਦੇ ਹਾਂ ਕਿ ਆਸਾਂ ਉਮੀਦਾਂ ਟੁੱਟਦੀਆਂ ਵੀ ਨੇ, ਧੜਕਦੀਆਂ ਵੀ ਨੇ, ਕਈ ਵਾਰ ਆਸਾਂ ਉਮੀਦਾਂ ਪੂਰੀਆਂ ਵੀ ਨਹੀਂ ਹੁੰਦੀਆਂ। ਪਰ ਹੁਣ ਇੱਥੇ ਇਹ ਸਵਾਲ ਹੁੰਦਾ ਕਿ ਆਸ ਰੱਖੀ ਜਾਵੇ ਜਾਂ ਨਾ, ਜਦ ਕਿ ਇਹ ਕਹਿੰਦੇ ਆ ਕਿ ਆਸਾ ਜਿਉਂਦੀ ਹੈ, ਨਿਰਾਸ਼ਾ ਮਰਦੀ ਹੈ। ਆਸ ਜਿਹੜੀ ਰੱਖਣੀ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਤੁਹਾਡੇ ਦਿਲ ਦੇ ਵਿੱਚ ਕੋਈ ਆਸ ਉਮੀਦ ਦੀ ਕਿਰਨ ਨਹੀਂ ਜਗਦੀ ਤਾਂ ਤੁਸੀਂ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਤਾਂ ਮਰਿਆ ਵਰਗੇ। ਠੀਕ ਹੈ, ਤੇ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਜਾਓਗੇ ਕਿ ਯਾਰ ਕਮਲਪ੍ਰੀਤ ਨੇ ਕਿਹੜਾ ਕਦੇ ਮੇਰੇ ਕੰਮ ਆਉਣਾ, ਯਾਰ ਰਹਿਣ ਦਿਓ, ਯਾਰ ਫਲਾਨਾ ਢਮਕਾਨਾ, ਫਿਰ ਤਾਂ ਤੁਸੀਂ ਕਦੇ ਜੀ ਨਹੀਂ ਸਕਦੇ। ਇਹਦਾ ਮਤਲਬ ਤੁਸੀਂ ਨਿਰਾਸ਼ਾ ਦੇ ਵਿੱਚ ਆ ਗਏ, ਨਿਰਜੀਵ ਬਣ ਜਾਵਾਂਗੇ, ਡਿਪਰੈਸ਼ਨ ਦੇ ਵਿੱਚ ਆ ਜਾਓਗੇ। ਸੋ ਆਸ ਰੱਖਣੀ ਚਾਹੀਦੀ ਹੈ ਹਰ ਇੱਕ ਨੂੰ, ਪਰ ਕਿੰਨੀ? ਠੀਕ, ਹੁਣ ਇੱਕ ਬਾਲਟੀ ਆ,
ਆਪਾਂ ਬਾਲਟੀ ਦੇ ਵਿੱਚ ਇੱਕ ਕੈਪੈਸਿਟੀ ਹੁੰਦੀ ਨਾ ਕਿ ਇਹਦੀ 2 ਲੀਟਰ ਦੀ ਆ ਜਾਂ 5 ਲੀਟਰ ਦੀ ਆ 7 ਲੀਟਰ ਜਾਂ 10 ਲੀਟਰ ਦੀ, ਕਿੰਨੀ ਉਹਦੇ ਵਿੱਚ ਉਨਾ ਹੀ ਪਾਣੀ ਪਾਇਆ ਜਾ ਸਕਦਾ। ਇਹ ਜਿਹੜਾ ਸਾਡਾ ਮਨ ਆ, ਜਿਹੜੀਆਂ ਆਸਾਂ ਲਾ ਕੇ ਬੈਠਾ ਹੈ, ਇਹਦੀ ਵੀ ਕੈਪੈਸਿਟੀ ਆ ਕਿਸੇ ਦੇ ਕੋਲੋਂ। ਹੁਣ ਦੇਖੋ ਮੈਂ ਕਿਸੇ ਦੇ ਕੋਲੋਂ ਕੋਈ ਆਸਾਂ ਲਾ ਕੇ ਬੈਠਾ, ਹੁਣ ਕਿਸੇ ਦੇ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ, ਠੀਕ ਹੈ ਨਾ। ਮੈਂ ਹੁਣ ਕਮਲਪ੍ਰੀਤ ਦੇ ਕੋਲੋਂ ਬਹੁਤ ਜ਼ਿਆਦਾ ਆਸ ਲਾਵਾਂ, ਹਾਂ ਜਿੰਨੀ ਉਹਦੀ ਸਮਰੱਥਾ, ਜਿੰਨੀ ਉਹ ਕਰ ਸਕਦੀ ਹੈ ਉਸ ਤੋਂ ਵੱਧ ਕੇ ਕਰ ਜੂ। ਪਰ ਜੇਕਰ ਮੈਂ ਕਹਾਂ ਕਿ ਮੇਰੇ ਸਾਰੇ ਦੇ ਸਾਰੇ ਦੁੱਖ ਦਰਦ ਜਿੰਨੇ ਵੀ ਹੈਗੇ ਆ, ਕਮਲਪ੍ਰੀਤ ਨੇ ਕੋਈ ਜਾਦੂ ਦੀ ਛੜੀ ਮੇਰੇ ਸਿਰ ਤੋਂ ਦੀ ਫਿਰ ਦੇਣੀ ਆ, ਉਹ ਸਾਰੇ ਖਤਮ ਹੋ ਜਾਣਗੇ, ਨਹੀਂ ਯਾਰ। ਹਰ ਇੱਕ ਦੀਆਂ ਆਪਣੀਆਂ ਲਿਮਿਟੇਸ਼ਨਸ ਆ, ਆਪਣੀਆਂ ਉਹਨਾਂ ਦੀਆਂ। ਦੇਖੋ ਤੁਸੀਂ ਲਿਮਿਟੇਸ਼ਨਸ ਅਗਲੇ ਦੀਆਂ ਦੇਖ ਕੇ ਫਿਰ ਆਸ ਲਗਾਓ, ਆਸ ਲਗਾਓ ਜ਼ਰੂਰ, ਪਰ ਬਹੁਤ ਜ਼ਿਆਦਾ ਆਸਾਂ ਜਿਹੜੀਆਂ ਉਹ ਸਾਨੂੰ ਤੰਗ ਪਰੇਸ਼ਾਨ ਕਰਦੀਆਂ ਬਿਲਕੁਲ ਕਰਦੀਆਂ। ਕਈ ਵਾਰ ਹੁੰਦਾ ਹੈ ਕਿ ਅਸੀਂ, ਜਦੋਂ ਤੁਸੀਂ ਕਿਹਾ ਨਾ ਕਿੰਨੀ ਆਸ ਲਗਾਉਣੀ ਚਾਹੀਦੀ ਹੈ, ਕਿਸੇ ਦੀ ਸਮਰੱਥਾ ਨੂੰ ਦੇਖ ਕੇ ਅਸੀਂ ਆਸ ਲਗਾਉਂਦੇ ਹਾਂ, ਪਰ ਕਈ ਵਾਰ ਹੁੰਦਾ ਹੈ ਕਿ ਅਸੀਂ ਉਸ ਬੰਦੇ ਦੀ ਸਮਰੱਥਾ ਵੀ ਨਹੀਂ ਦੇਖਦੇ, ਉਸ ਬੰਦੇ ਦਾ ਇਹ ਵੀ ਨਹੀਂ ਦੇਖਦੇ ਕਿ ਕਰ ਪਾਏਗਾ ਜਾਂ ਨਹੀਂ ਕਰ ਪਾਏਗਾ, ਅਸੀਂ ਆਸ ਲਗਾ ਲੈਂਦੇ ਹੈਗੇ ਆ। ਫਿਰ ਜਦੋਂ ਉਹ ਪੂਰੀ ਨਹੀਂ ਹੁੰਦੀ, ਫਿਰ ਸਾਡੇ ਜਿਹੜੇ ਰਿਸ਼ਤੇ ਵੀ ਕਈ ਵਾਰ ਉਹਨਾਂ ਦੇ ਵਿੱਚ ਵੀ ਤੜਕਪਨ ਆ ਜਾਂਦਾ ਹੈਗਾ, ਹੈ ਨਾ। ਅਸੀਂ ਕਹਿੰਦੇ ਹਾਂ ਉਹ ਸਾਡੇ ਇਸ ਔਖੇ ਵੇਲੇ ਸਾਥ ਜਿਹੜਾ ਉਹਨੇ ਨਹੀਂ ਦਿੱਤਾ, ਸਾਨੂੰ ਆਸ ਸੀਗੀ, ਬਹੁਤ ਆਸ ਸੀਗੀ। ਪਰ ਕਈ ਵਾਰ ਇਹ ਵੀ ਹੁੰਦਾ ਜੋਗੀ ਜੀ, ਜਦੋਂ ਆਪਾਂ ਰਿਸ਼ਤਿਆਂ ਦੇ ਵਿੱਚ ਹੁੰਦੇ ਆ ਨਾ, ਤੇ ਜਿੱਦਾਂ ਆਪਾਂ ਕਹਿੰਦੇ ਬਹੁਤ ਹੀ ਨੇੜਤੇ ਵਾਲੇ ਰਿਸ਼ਤੇ ਜਿਹੜੇ ਸਾਡੇ ਹੁੰਦੇ ਆ, ਮਾਂ-ਬਾਪ ਹੋ ਗਿਆ, ਭੈਣ ਭਰਾ ਹੋ ਗਏ, ਹੈ ਨਾ, ਇਹਨਾਂ ਤੋਂ ਕਈ ਵਾਰ ਆਪਾਂ ਸੋਚ ਸਮਝ ਕੇ ਆਸ ਨਹੀਂ ਲਾਉਂਦੇ, ਕਿਉਂਕਿ ਅਸੀਂ ਇਹਨਾਂ ਦੇ ਵਿੱਚ ਹੀ ਜੰਮੇ ਹੁੰਦੇ ਆ, ਵੱਡੇ ਹੋਏ ਹੁੰਦੇ ਆ, ਅਸੀਂ ਹਰ ਇੱਕ ਚੀਜ਼ਾਂ ਨੂੰ ਦੇਖਿਆ ਹੁੰਦਾ ਹੈ। ਪਰ ਜਦੋਂ ਉਹ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ, ਫਿਰ ਜਦੋਂ ਆਸ ਟੁੱਟਦੀ ਹੈ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਦੁੱਖ ਵੀ ਉਦੋਂ ਹੀ ਹੁੰਦਾ। ਬਿਲਕੁਲ ਸੁਪਨਿਆਂ ਦਾ ਟੁੱਟ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਨਾ। ਤੇ ਪਤਾ ਨਹੀਂ ਬੰਦੇ ਨੂੰ ਕੀ ਤੋਂ ਕੀ ਬਣਾ ਦਿੰਦਾ ਹੈ ਨਾ। ਸੋ ਜਦੋਂ ਆਸ ਅਸੀਂ ਲਗਾਈ ਹੋਵੇ ਔਰ ਉਹ ਬੰਦੇ ਤੋਂ ਪੂਰਾ ਕਰਨ ਦੀ ਸ਼ਮਤਾ ਵੀ ਹੋਵੇ, ਪਰ ਉਹ ਨਾ ਪੂਰਾ ਕਰੇ, ਕਿਸੇ ਦੀ ਆਸ ਨੂੰ ਤੋੜਨਾ, ਮੈਨੂੰ ਲੱਗਦਾ ਬਹੁਤ ਵੱਡਾ ਪਾਪ ਹੁੰਦਾ। ਬਿਲਕੁਲ ਜੀ, ਜੇਕਰ ਤੁਸੀਂ ਕਰ ਸਕਦੇ ਹੋ ਕਿਸੇ ਦੀ ਆਸ ਪੂਰੀ, ਤਾਂ ਉਸ ਵੇਲੇ ਤੁਹਾਨੂੰ ਪੈਰ ਪਿੱਛਾ ਨਹੀਂ ਖਿੱਚਣੇ ਚਾਹੀਦੇ। ਤੁਸੀਂ ਜੇਕਰ ਸਮਰੱਥਾਵਾਨ ਹੈਗੇ ਹੋ, ਸਮਰੱਥ ਹੋ, ਕਿਸੇ ਬੰਦੇ ਨੇ ਤੁਹਾਡੇ ਤੇ ਆਸ ਕੀਤੀ, ਹੁਣ ਇੱਕ ਨਿੱਕੀ ਜਿਹੀ ਗੱਲ, ਤੁਹਾਡੇ ਦਰ ਖੁੱਲ੍ਹਦੇ ਨੇ ਸਵੇਰ ਨੂੰ ਜਾਂ ਸ਼ਾਮ ਨੂੰ ਜਾਂ ਕਦੇ ਵੀ ਦੁਪਹਿਰੇ, ਕੋਈ ਇੱਕ ਕੁੱਤਾ ਦੌੜ ਕੇ ਤੁਹਾਡੇ ਦਰਾਂ ਦੇ ਮੂਹਰੇ ਆ ਜਾਂਦਾ, ਠੀਕ ਹੈ, ਸੱਚੀ ਗੱਲ ਹੈ। ਉਹ ਕਿੱਡੀ ਆਸ ਉਮੀਦ ਲੈ ਕੇ ਆਇਆ, ਠੀਕ ਹੈ ਨਾ। ਸੱਚੀ ਗੱਲ ਹੈ। ਤੁਹਾਡੇ ਕੋਲ ਇੰਨਾ ਵੀ ਟਾਈਮ ਨਹੀਂ ਹੁੰਦਾ ਕਿ ਤੁਸੀਂ ਆਪਣੀ ਰਸੋਈ ਦੇ ਵਿੱਚ ਜਾਵੋ, ਆਪਣੇ ਛਾਬੇ ਦੇ ਵਿੱਚ ਦੇਖੋ ਕਿ ਯਾਰ ਕੋਈ ਰੋਟੀ ਹੈ ਇਹਨੂੰ ਪਾਉਣ ਵਾਲੀ ਦੇ ਦਈਏ, ਠੀਕ ਹੈ, ਇਹਨੂੰ ਦੇ ਦਈਏ ਰੋਟੀ, ਕਿਉਂਕਿ ਉਹ ਤਾਂ ਆਸ ਲੈ ਕੇ ਆਇਆ। ਜੇਕਰ ਤੁਹਾਡੇ ਘਰ ਦੇ ਵਿੱਚ ਰੋਟੀ ਨਹੀਂ ਵੀ ਹੈ, ਠੀਕ, ਮੰਨਿਆ ਕਈ ਵਾਰ ਨਹੀਂ ਹੁੰਦੀ, ਤੁਹਾਡੇ ਘਰ ਦੇ ਵਿੱਚ ਕੁਛ ਨਾ ਕੁਛ ਤਾਂ ਖਾਣ ਨੂੰ ਹੋਊਗਾ, ਕੋਈ ਬਿਸਕੁਟ ਹੋ ਸਕਦਾ, ਕੋਈ ਬ੍ਰੈਡ ਹੋ ਸਕਦੀ ਹੈ, ਕੋਈ ਕੁਛ ਵੀ ਹੋ ਸਕਦਾ ਹੈ। ਕਾਰਨ ਮੈਂ ਇਸ ਫਿਲਾਸਫੀ ਦਾ ਮਾਲਕ ਹਾਂ ਕਿ ਜੇਕਰ ਉਹ ਆਸ ਲੈ ਕੇ ਆਇਆ, ਭਾਵੇਂ ਤੁਸੀਂ ਉਹਦਾ ਪੇਟ ਪੂਰਾ ਨਾ ਭਰ ਸਕੋ, ਕਿਉਂਕਿ ਕੋਈ ਬੰਦਾ ਐਸਾ ਨਹੀਂ ਹੈਗਾ, 100 ਦੇ ਵਿੱਚੋਂ 1-2 ਹੋਣਗੇ ਵੀ ਕਿ ਜਿਹੜੇ ਕੋਈ ਦਰ ਆਏ ਕੁੱਤੇ ਦੀ ਪੂਰੀ ਭੁੱਖ ਦੂਰ ਕਰਦੇ ਹੋਣਗੇ। ਜੇਕਰ ਇਦਾਂ ਹੋਣੀ ਹੋਵੇ ਤਾਂ ਕੁੱਤੇ ਵਿਚਾਰੇ ਬਾਰ-ਬਾਰ ਦਰਾਂ ਤੇ ਥੋੜ੍ਹਾ ਘੁੰਮਦੇ ਫਿਰਦੇ ਹੋਣ। ਇਹਨਾਂ ਨੂੰ ਦਰਵੇਸ਼ ਥੋੜੀ ਕਿਹਾ ਜਾਂਦਾ। ਹਾਂ, ਦੇਖੋ ਉਹ ਜਦੋਂ ਫਿਰ ਉਹਦੀ ਆਸ ਪੂਰੀ ਅਸੀਂ ਕਰੀਏ, ਉਹ ਆਸ ਲੈ ਕੇ ਆਵੇ, ਭਾਵੇਂ ਇੱਕ ਬਿਸਕੁਟ ਹੀ ਪਾਈਏ, ਜਦੋਂ ਤੁਸੀਂ ਉਹਨੂੰ ਇੱਕ ਬਿਸਕੁਟ ਪਾ ਦਿੰਦੇ ਹੋ ਤੇ ਉਹ ਕੁੱਤਾ ਫਿਰ ਤੁਹਾਡੇ ਅੱਗੇ ਪਿੱਛੇ ਪੂਛ ਹਿਲਾਉਂਦਾ, ਉਹ ਮੋਹ ਜਤਾਉਂਦਾ, ਠੀਕ ਹੈ ਨਾ, ਔਰ ਮੋਹ ਜਤਾ ਕੇ ਫਿਰ ਤੁਹਾਨੂੰ ਦੱਸਦਾ ਹੈ, ਖੁਸ਼ ਹੁੰਦਾ ਹੈ, ਔਰ ਜਦੋਂ ਉਹ ਖੁਸ਼ ਹੋ ਗਿਆ, ਤੁਸੀਂ ਸਮਝੋ ਕਿ ਤੁਸੀਂ ਉਹਦੀ ਆਸ ਪੂਰੀ ਕਰ ਦਿੱਤੀ। ਕਿ ਇਸੇ ਤਰ੍ਹਾਂ ਹੀ ਸਾਡੇ ਰਿਸ਼ਤਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਸਾਡੇ ਕੋਲੋਂ ਆਸ ਉਮੀਦ ਪੂਰੀ ਕਰਵਾ ਲੈਂਦਾ ਹੈ, ਠੀਕ ਆ, ਮੰਨ ਲਓ ਕਿਸੇ ਨੇ ਅਮਰੀਕਾ ਆਉਣਾ, ਠੀਕ, ਇੱਧਰੋਂ ਕੋਈ ਰਾਹ ਨਹੀਂ ਭੇਜ ਦਿੰਦਾ, ਸਹੀ ਹੈ, ਠੀਕ ਹੈ ਜੀ, ਉਧਰੋਂ ਬੜੀਆਂ ਆਸਾਂ ਉਮੀਦਾਂ ਆਉਂਦੀਆਂ ਕਿ ਭਾਈ ਮੈਨੂੰ ਰਾਹਦਾਰੀ ਭੇਜ, ਮੈਨੂੰ ਸੱਦ ਲਾਇਆ, ਕੋਈ ਸਪਾਂਸਰਸ਼ਿਪ ਭੇਜ, ਮੈਂ ਆਵਾਂ, ਮੈਂ ਅਮਰੀਕਾ ਦੇਖਣਾ, ਯਾਰ ਮੈਨੂੰ ਬੜੀਆਂ ਤੇਰੇ ਤੇ ਆਸਾਂ ਆ, ਮੈਂ ਇੱਦਾਂ ਉੱਦਾਂ ਫਲਾਨਾ ਢਮਕਾਣਾ, ਬੜੇ ਲੋਲੇ ਬੱਪੇ ਜਿਹੇ ਲਾ ਕੇ ਨਾ ਬੰਦੇ ਨੂੰ ਭਰਮਾ ਲਿਆ। ਉਹਨੇ ਵੀ ਸੋਚਿਆ ਯਾਰ ਚੱਲ ਕੋਈ ਗੱਲ ਨਹੀਂ, ਕਿਹੜਾ ਕਿਤੇ ਕੋਈ ਏਡਾ ਹੈਗਾ, ਰਾਹਦਾਰੀ ਭੇਜ ਦਿੰਦੇ ਆ, ਫਿਰ ਕਿਹੜੀ ਗੱਲ ਆ ਵੀ, ਹੈ ਨਾ। ਲੌਜਿਕ ਕਰਾ ਕੇ ਨੋਟਰੀ ਤੋਂ ਤਿਆਰ, ਰਾਹਦਾਰੀ, ਸਾਰਾ ਕੁਛ ਉਧਰ ਭੇਜ ਦਿੱਤਾ। ਬੰਦੇ ਨੇ ਆਪਣੇ ਕਾਗਜ਼ ਪੱਤਰ ਲਾਏ, ਜੋ ਹੋ ਗਿਆ ਉਹਦਾ ਲੱਗ ਗਿਆ ਵੀਜ਼ਾ ਲੱਗ ਕੇ ਆਇਆ ਅਮਰੀਕਾ 2-4 ਦਿਨ ਫਿਰ ਘੁੰਮਿਆ ਫਿਰਿਆ, ਜਿੰਨੀ ਦੇਰ ਰਿਹਾ, ਮੁੜ ਕੇ ਫਿਰ ਜੀ ਉਸ ਬੰਦੇ ਨੇ ਬਾਤ ਨਹੀਂ ਪੁੱਛੀ ਕਿ ਹਾਂ ਬਈ ਆਸ ਪੂਰੀ ਹੋਣ ਤੋਂ ਬਾਅਦ ਜਿਹਨੇ ਆਸ ਪੁਗਾਈ ਸੀ ਉਸ ਬੰਦੇ ਨੂੰ ਤੁਸੀਂ ਭੁੱਲ ਜਾਓ, ਵਿਸਾਰ ਦਿਓ, ਦਿਲ ਦੇ ਵਿੱਚੋਂ ਕੱਢ ਜਾਓ,
ਪਰ ਦਿਲ ਉਸ ਵੇਲੇ ਵੀ ਦੁਖਦਾ ਹੈ। ਹਾਂ, ਇਹ ਤਾਂ ਇਸ ਬਹੁਤ ਤਰ੍ਹਾਂ ਵੱਡੀ ਦੇ ਗਲਤੀ ਬਹੁਤ ਹੈ ਸਾਰੀਆਂ ਨਾ। ਘਟਨਾਵਾਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਯਾਰ ਇਹਦੀ ਆਸ ਪੂਰੀ ਕੀਤੀ ਜਾਵੇ। ਹਾਂ। ਬਹੁਤ ਸਾਰੇ ਸਵਾਲ ਸਾਡੇ ਵੀ ਦਿਲ ਦੇ ਵਿੱਚ ਨੇ, ਹਾਂ, ਤੁਹਾਡੇ ਵੀ ਤੁਹਾਡੇ ਦਿਲ ਦੇ ਵਿੱਚ ਹੋਣਗੇ। ਆਸਾਂ ਕਿੱਥੋਂ ਲਾਈਏ, ਕਿੱਥੋਂ ਨਾ ਲਾਈਏ, ਕੀ ਕਿਸੇ ਦੀ ਆਸ ਪੂਰੀ ਕਰੀਏ, ਕੀ ਨਾ ਕਰੀਏ, ਇਦਾਂ ਦੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਚੱਲਦਾ ਰਹੂਗਾ ਖਰੀਆਂ ਖੋਟੀਆਂ ਦੇ ਵਿੱਚ। ਸਮਾਂ ਬ੍ਰੇਕ ਦਾ, ਬ੍ਰੇਕ ਚਲੋ ਤੋਂ ਫਿਰ। ਬਾਅਦ ਆਪਾਂ ਫੇਰ ਪਰਤਦੇ ਹਾਂ ਜੀ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਜੀ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪੰਜਾਬ 1 ਟੀਵੀ ਤੇ ਚੱਲ ਰਿਹਾ ਪ੍ਰੋਗਰਾਮ ਖਰੀਆਂ ਖੋਟੀਆਂ ਤੇ ਅੱਜ ਅਸੀਂ ਗੱਲਾਂ ਕਰ ਰਹੇ ਹਾਂ ਆਸਾਂ ਦੀਆਂ। ਸੋ ਆਸ ਜਿਹੜੀ ਹੈ ਕਹਿੰਦੇ ਕਿ ਜ਼ਿੰਦਗੀ ਇਹਦੇ ਤੇ ਟਿਕੀ ਹੋਈ ਹੈ ਜੀ। ਔਰ ਜੇਕਰ ਆਸਾਂ ਅਸੀਂ ਰੱਖਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਜ਼ਿੰਦਗੀ ਜਿਹੜੀ ਹੈਗੀ ਉਹ ਸਹੀ ਤਰੀਕੇ ਨਾਲ ਚੱਲਦੀ ਹੈ, ਕਿਉਂਕਿ ਟਾਈਮ ਟੂ ਟਾਈਮ ਅਸੀਂ ਆਪਣੇ ਆਪ ਤੇ ਨਿਰਭਰ ਕਰਦੇ ਹੈਗੇ ਆ। ਪਰ ਕਈ ਵਾਰ ਹੁੰਦਾ ਹੈ ਕਿ ਸਾਡੀ ਜਿਹੜੀ ਕੁਝ ਚੀਜ਼ਾਂ ਇਦਾਂ ਦੀਆਂ ਵੀ ਹੁੰਦੀਆਂ ਨੇ, ਅਸੀਂ ਦੂਸਰਿਆਂ ਤੋਂ ਜਿਹੜੀ ਹੈਗੀ ਉਹਦੀ ਮੰਗ ਰੱਖਦੇ ਆ, ਡਿਮਾਂਡ ਹੁੰਦੀ ਹੈ ਸਾਨੂੰ, ਕਿਉਂਕਿ ਲੱਗਦਾ ਹੁੰਦਾ ਹੈ ਕਿ ਉਹ ਇਹ ਡਿਮਾਂਡਸ ਨੂੰ ਪੂਰੀ ਕਰ ਸਕਦੇ ਆ ਤੇ ਐਕਸਪੈਕਟੇਸ਼ਨਸ ਫਿਰ ਹੋ ਜਾਂਦੀਆਂ ਨੇ, ਹਨਾ। ਬਿਲਕੁਲ ਹੁੰਦੀਆਂ। ਸੋ ਜਿੱਦਾਂ ਆਪਾਂ ਕਹਿੰਦੇ ਹੈਗੇ ਕਿ ਕਿਸੇ ਤੋਂ ਆਪਾਂ ਜਦੋਂ ਕੋਈ ਆਸ ਲਗਾਉਂਦੇ ਆ, ਹਨਾ, ਤੇ ਉਹ ਪੂਰੀ ਕਰਦਾ ਹੈ ਤੇ ਬਾਅਦ ਵਿੱਚ ਆਪਾਂ ਉਹਨੂੰ ਭੁਲਾ ਦਿੰਦੇ ਹੈਗੇ। ਸਭ ਤੋਂ ਵੱਡੀ ਜਿਹੜੀ ਤਰਾਸਦੀ ਹੈ ਸਾਡੇ ਵਿਚਕਾਰ ਹੈ, ਖੋਟ ਹੈ। ਹਾਂ, ਸਾਡੀ ਖੋਟ ਹੈ। ਫਿਰ ਵੀ ਹੈ ਨਾ ਕਿ ਲੋਕ ਸਮਝ ਲੈਂਦੇ ਆ ਕਿ ਇੱਕ ਬੰਦੇ ਨੇ ਉਹਨਾਂ ਦੇ ਨਾਲ ਜਦੋਂ ਧੋਖਾਧੜੀ ਕੀਤੀ, ਦੂਸਰੇ ਬੰਦੇ ਨੂੰ ਵੀ ਉਦਾਂ ਦਾ ਸਮਝਣਾ ਸ਼ੁਰੂ ਕਰ ਦਿੰਦੇ ਹੈਗੇ। ਦੇਖੋ ਅਖਾਣ ਆ ਨਾ ਵੀ ਇਹ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ। ਹਾਂ, ਤੇ ਇਹ ਗੱਲ ਇਦਾਂ ਹੋ ਜਾਂਦੀ ਹੈ ਕਿ ਅਕਿਰਤਕਣ ਅਸੀਂ ਬਣ ਜਾਂਦੇ ਹਾਂ। ਆਪਾਂ ਕਹਿੰਦੇ ਆ ਕਿ ਅਸੀਂ ਜੇ ਸਾਡੇ ਕੋਈ ਕੱਖ ਵੀ ਕੰਮ ਆਇਆ ਹੈ ਨਾ, ਉਹਨੂੰ ਵੀ ਨਾ ਭੁੱਲੋ ਤੁਸੀਂ। ਬਿਲਕੁਲ ਸਹੀ ਗੱਲ ਹੈ। ਜੇ ਕਿਸੇ ਨੇ ਤੁਹਾਡੀ ਆਸ ਨੂੰ ਪੂਰਾ ਕੀਤਾ ਹੈਗਾ, ਤੁਸੀਂ ਇਦਾਂ ਦੇ ਇਨਸਾਨ ਨਾ ਬਣੋ ਕਿ ਤੁਸੀਂ ਅਕਿਰਤਕਣ ਕਹਿਲਾਏ ਜਾਓਗੇ। ਔਰ ਤੁਹਾਨੂੰ ਪਤਾ ਹੈ ਅਕਿਰਤਕਣਾਂ ਨੂੰ ਕਿੰਨਾ ਕੁ ਪਰਮਾਤਮਾ ਨੇ ਜਿਹੜਾ ਹੈਗਾ ਉਹ ਆਪਣੀ ਗੁਰਬਾਣੀ ਦੇ ਵਿੱਚ ਵੀ ਦੱਸਿਆ ਹੈ। ਬਹੁਤ ਵੱਡੀਆਂ ਕੀ ਕਹਿੰਦੇ ਹੁੰਦੇ ਸੱਟਾਂ ਮਾਰੀਆਂ। ਅਕਿਰਤਕਣ ਜਿਹੜਾ ਬੰਦਾ ਨਾ, ਉਹ ਧਰਤੀ ਤੇ ਭਾਰ ਹੈ। ਔਰ ਉਹਦੇ ਨਾਲ ਹਮੇਸ਼ਾ ਮੰਦੀ ਹੋਣੀ, ਕਦੇ ਵੀ ਉਹਦੇ ਨਾਲ ਚੰਗੀ ਨਹੀਂ ਹੋਣੀ। ਇਹ ਗੁਰਬਾਣੀ ਦੀ ਤੁਕ ਆ। ਔਰ ਉਹ ਇਹੀ ਕਹਿੰਦੀ ਹੈ ਕਿ ਅਕਿਰਤਕਣ ਜਿਹੜਾ ਧਰਤੀ ਤੇ ਭਾਰ ਆ ਤੇ ਉਹਦੇ ਨਾਲ ਜਦ ਕਦ ਵੀ ਹੋਊਗਾ ਮੰਦਾ ਹੋਊਗਾ। ਸੋ ਕੋਈ ਬੰਦਾ ਕਿਸੇ ਦੇ ਕੋਲੋਂ ਆਸ ਲੈ ਕੇ ਜਾਂਦਾ, ਠੀਕ ਹੈ ਨਾ, ਆਸ ਉਹਦੀ ਪੁੱਗ ਜਾਂਦੀ ਹੈ ਤੇ ਆਸ ਪੁਗਾਉਣ ਵਾਲੇ ਨੂੰ। ਹੁਣ ਦੇਖੋ ਸਾਨੂੰ ਮੰਨ ਲਓ ਪਿਆਸ ਲੱਗੀ, ਬੜੀ ਗਰਮੀ ਦੀ ਰੁੱਤ ਹੋਵੇ, ਪੂਰੀ ਤਰ੍ਹਾਂ ਨਾਲ ਕੀ ਕਹਿੰਦੇ ਲੂਹਾ ਬਲਦਾ ਹੋਵੇ ਤੇ ਅਸੀਂ ਕਿਸੇ ਖੂਹ ਦੇ ਕੋਲ ਜਾਈਏ, ਮਿੱਠੇ ਪਾਣੀ ਵਾਲਾ ਖੂਹ ਹੋਵੇ, ਉਹਦੇ ਵਿੱਚ ਲੱਜ ਡੋਲ ਸੁੱਟੀਏ, ਪਾਣੀ ਕੱਢੀਏ, ਪਾਣੀ ਪੀਏ ਤੇ ਅਸੀਂ ਮੁੜ ਕੇ ਖੂਹ ਨੂੰ ਗਾਲਾਂ ਕੱਢੀਏ ਜਾਂ ਖੂਹ ਨੂੰ ਮਾੜਾ ਚੰਗਾ ਬੋਲੀਏ, ਤਾਂ ਫਿਰ ਇਹ ਸਾਡੇ ਤੋਂ ਵੱਡਾ ਅਕਿਰਤਕਣ ਕੌਣ ਹੋ ਸਕਦਾ? ਠੀਕ ਹੈ ਨਾ। ਜਦੋਂ ਕਿਸੇ ਦੇ ਤੁਸੀਂ ਆਪਣੇ ਰਿਸ਼ਤਿਆਂ ਦੇ ਖੂਹਾਂ ਦੇ ਵਿੱਚ ਤੁਸੀਂ ਲੱਜ ਡੋਲ ਸੁੱਟਦੇ ਹੋ, ਉੱਥੋਂ ਮਤਲਬਾਂ ਦਾ, ਗਰਜ਼ਾਂ ਦਾ ਤੁਸੀਂ ਪਾਣੀ ਕੱਢ ਕੇ ਪੀ ਲੈਂਦੇ ਹੋ, ਸੰਤੁਸ਼ਟ ਹੋ ਜਾਂਦੇ ਹੋ। ਉਸ ਤੋਂ ਬਾਅਦ ਉਹਨਾਂ ਰਿਸ਼ਤਿਆਂ ਨੂੰ, ਉਹਨਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮੰਦਾ ਚੰਗਾ ਬੋਲੋ। ਇਸ ਤੋਂ ਵੱਡੀ ਖੋਟੀ ਗੱਲ ਕਿਹੜੀ ਹੋ ਸਕਦੀ? ਇਸ ਤੋਂ ਵੱਡਾ ਅਕਿਰਤਕਣੇ ਵਾਲਾ ਕੰਮ ਕਿਹੜਾ ਹੋ ਸਕਦਾ? ਹਾਂ, ਬਿਲਕੁਲ। ਤੁਸੀਂ ਇਹ ਹਿਸਾਬ ਲਗਾਓ ਕਿ ਜਿਹੜਾ ਸਾਡੀ ਆਸ ਨੂੰ ਪੂਰਾ ਕਰਦਾ, ਉਹਦੇ ਦਿਲ ਨੂੰ ਅਸੀਂ ਕਿੰਨਾ ਠੇਸ ਪਹੁੰਚਾ ਰਹੇ ਹਾਂ ਨਾ। ਅਸੀਂ ਉਹਨੂੰ ਕਿੰਨਾ ਮਤਲਬ ਉਸ ਵਕਤ ਤੇ ਅਸੀਂ ਇੰਨਾ ਕੁਝ ਉਹਨੂੰ ਦੇ ਦਿੰਨੇ ਹੈਗੇ ਕਿ ਅਗਲਾ ਸੋਚ ਵੀ ਨਹੀਂ ਸਕਦਾ। ਅਗਲਾ ਵੀ ਆਸ ਰੱਖਦਾ ਤੁਹਾਡੇ ਉੱਤੇ ਕਿ ਜੇਕਰ ਤੁਸੀਂ ਕਿਸੇ ਦੀ ਮਦਦ ਲਈ ਹੋਈ ਹੈ, ਅਗਲਾ ਵੀ ਆਸ ਰੱਖਦਾ ਹੈ ਕਿ ਤੁਸੀਂ ਉਹਦੀ ਕਮ ਸੇ ਕਮ ਪ੍ਰੇਜ਼ ਤਾਂ ਨਹੀਂ ਕਰਨੀ, ਕਮ ਸੇ ਕਮ ਉਹਦੀ ਰਿਸਪੈਕਟ ਤਾਂ ਕਰ ਸਕਦੇ ਹੋ। ਦੇਖੋ ਇਹ ਗੱਲ ਇਦਾਂ ਹੈ ਕਮਲਪ੍ਰੀਤ ਜੀ, ਦੇਖੋ ਹੁਣ ਮੇਰੇ ਵਰਗਾ ਹੁਣ ਕੋਈ ਇੱਕ ਮਾੜਾ ਬੰਦਾ ਹੈ, ਠੀਕ ਹੈ, ਮੈਂ ਤੁਹਾਡੀ ਮਦਦ ਕੀਤੀ ਕਿਤੇ ਔਖੇ ਸਮੇਂ ਤੇ, ਤੁਹਾਡਾ ਕੰਮ ਜਿਹੜਾ ਉਹ ਅੱਛਾ ਹੋ ਗਿਆ, ਮੇਰੇ ਦਿਲ ਦੇ ਵਿੱਚ ਇਹ ਵੀ ਆਸ ਹੋਣੀ ਆ ਕਿ ਚੱਲ ਜੇ ਮੈਂ ਅੱਜ ਇਹਦੀ ਕੋਈ 10, 20, 50 ਡਾਲਰਾਂ ਦੀ ਜੇਕਰ ਕੋਈ ਮਦਦ ਕੀਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹਦੇ ਕੋਲੋਂ 300-400 ਦੀ ਲੋੜ ਪੈ ਸਕਦੀ ਹੈ, ਠੀਕ ਹੈ ਨਾ। ਔਰ ਜੇਕਰ ਉਸ ਵੇਲੇ, ਠੀਕ ਹੈ, ਕਈ ਵਾਰ ਬੰਦੇ ਕੋਲ ਜੇ ਤੁਸੀਂ 300-400 ਦੀ ਕਰ ਸਕਦੇ, 100-200 ਡਾਲਰ ਦੀ ਮਦਦ ਮੇਰੀ ਹੋ ਗਈ ਤਾਂ ਮੈਨੂੰ ਉਹ ਬਹੁਤ ਅੱਛਾ ਲੱਗਣਾ। ਤੇ ਜੇਕਰ ਆਪਾਂ ਇੱਕ ਦੂਸਰੇ ਨੂੰ ਭੁੱਲ ਭੁਲਾਈ ਜਾਵਾਂਗੇ ਕਿ ਮਤਲਬ ਨਿਕਲਿਆ ਤੇ ਬਸ ਕੰਮ ਖਤਮ। ਉਹ ਕਹਿੰਦੇ ਨੇ ਕਿ ਇੱਕ ਅਖਾਣ ਹੈ ਕਿ ਮਕਾਨ ਉਸਰਿਆ ਤਖਾਣ ਬਿਸਰਿਆ। ਜੇਕਰ ਅਸੀਂ ਇਹ ਕੰਮ ਕਰਾਂਗੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦੇ ਵੀ ਲਾਇਕ ਨਹੀਂ ਰਵਾਂਗੇ। ਔਰ ਇਹ ਵੀ ਗੱਲ ਆਂਦੀ ਨਾ, ਇਹ ਸਭ ਤੋਂ ਮੈਨੂੰ ਲੱਗਦਾ ਹੈ ਕਿ ਗੱਲ
ਇੱਥੇ ਬਣ ਜਾਂਦੀ ਹੈਗੀ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਹਮੇਸ਼ਾ ਇੱਕੋ ਜਿਹਾ ਦਿਨ ਨਹੀਂ ਨਹੀਂ ਰਹਿੰਦੇ ਹਨਾ। ਧੁੱਪ ਛਾਂ ਜਿਹੜੀ ਹੈਗੀ ਉਹ ਜ਼ਿੰਦਗੀ ਦਾ ਦਸਤੂਰ ਹੈਗਾ, ਜੇ ਦਿਨ ਚੜਿਆ ਦੁਪਹਿਰ ਹੋਣੀ ਹੈ ਤੇ ਰਾਤ ਵੀ ਹੋਣੀ ਹੈ। ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਕਿ ਜੇ ਅੱਜ ਅਸੀਂ ਅਮੀਰ ਆ, ਕਿਸੇ ਦੀ ਆਸ ਨੂੰ ਪੂਰਾ ਕਰਦੇ ਆ, ਕੱਲ ਨੂੰ ਜੇ ਅਸੀਂ ਗਰੀਬ ਹੁੰਦੇ ਆ ਤੇ ਅਸੀਂ ਵੀ ਆਸ ਰੱਖ ਸਕਦੇ ਆ ਕਿ ਜਿਹਦੀ ਅਸੀਂ ਉਸ ਸਮੇਂ ਆਸ ਨੂੰ ਪੂਰਾ ਕੀਤਾ, ਜਿਸ ਸਮੇਂ ਉਹਦੀ ਨੀਡ ਸੀ, ਉਹਨੂੰ ਲੋੜ ਸੀ, ਤੇ ਅੱਜ ਜੇਕਰ ਸਾਨੂੰ ਲੋੜ ਹੈਗੀ ਤਾਂ ਸਾਡੀ ਕਿਉਂ ਨਹੀਂ ਆਸ ਉਹ ਪੂਰੀ ਕਰਦਾ। ਹਾਂ ਬਿਲਕੁਲ ਆਹੀ ਗੱਲ ਹੈ। ਹੁਣ ਦੇਖੋ ਬੱਚੇ ਪਾਲਦੇ ਆ ਮਾਂ-ਬਾਪ, ਠੀਕ ਹੈ ਨਾ, ਕਿਸ ਕੰਮ ਨੂੰ, ਕਿ ਸਾਡੇ ਆਸ ਨਾਲ, ਠੀਕ ਹੈ ਨਾ, ਕਿ ਸਾਡੇ ਬੁਢਾਪੇ ਦਾ ਸਹਾਰਾ ਬਣੂਗਾ। ਔਰ ਬੱਚਿਆਂ ਦੀਆਂ ਸਾਰੀਆਂ ਆਸਾਂ, ਸਾਰੀਆਂ ਉਮੀਦਾਂ ਮਾਂ-ਬਾਪ ਪੂਰੀਆਂ ਕਰਦੇ। ਕਦੇ ਮੈਨੂੰ ਮੋਟਰਸਾਈਕਲ ਲੈ ਕੇ ਦੇ, ਕਦੇ ਮੈਨੂੰ ਪੈਸੇ ਦੇ, ਕਦੇ ਕੱਪੜੇ ਦੇ, ਕਦੇ ਸ਼ੂ ਲੈ ਦੇ, ਕਦੇ ਫਲਾਨਾ, ਕਦੇ ਟਮਕਾਨਾ, ਕਦੇ ਕਾਰ ਲੈ ਦੇ, ਸਾਰੀਆਂ ਆਸਾਂ ਉਮੀਦਾਂ ਪੂਰੀਆਂ ਕਰਦੇ। ਅੰਤ ਵਿੱਚ ਜਾ ਕੇ ਜੇਕਰ ਬੱਚੇ ਆਪਣੇ ਮਾਂ-ਬਾਪ ਨੂੰ ਨਾ ਸੰਭਾਲਣ ਤੇ ਉਹਨਾਂ ਦੀਆਂ ਆਸਾਂ ਉਮੀਦਾਂ ਨਹੀਂ ਟੁੱਟਦੀਆਂ। ਜਿਹੜੇ ਬੱਚੇ ਆਪਣੇ ਮਾਂ-ਬਾਪ ਨੂੰ ਕਹਿ ਦਿੰਦੇ ਨੇ ਕਿ ਤੂੰ ਸਾਡੇ ਲਈ ਕੀਤਾ ਹੀ ਕੀ ਹੈ, ਜਦੋਂ ਉਹ ਪੇ ਮੰਨਣਗੇ ਨਾ ਫਿਰ ਪਤਾ ਲੱਗੂਗਾ ਕਿ ਪਿਓ ਆਪਣੇ ਬੱਚਿਆਂ ਦੇ ਲਈ ਕੀ ਕਰਦਾ, ਮਾਂ ਆਪਣੇ ਬੱਚਿਆਂ ਲਈ ਕੀ ਕਰਦੀ ਹੈ। ਫਿਰ ਪਤਾ ਲੱਗੂਗਾ ਕਿ ਉਹ ਕਿੱਡਾ ਵੱਡਾ ਆਪਣੇ ਤੇ ਤਸ਼ੱਦਦ ਸਹਿ ਕੇ, ਤਰੱਦਦ ਕਰਕੇ ਉਹਨਾਂ ਦੀ ਜ਼ਿੰਦਗੀ ਬਣਾਉਂਦੇ ਆ, ਉਹਨਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕਰਦੇ ਆ। ਬਿਲਕੁਲ ਸਹੀ ਕਿਹਾ। ਔਰ ਕਹਿੰਦੇ ਨੇ ਕਿ ਸਿਰਫ ਮਾਂ-ਬਾਪ ਆਪਣੇ ਬੱਚਿਆਂ ਤੋਂ ਨਹੀਂ, ਆਪਣੇ ਜਿਹੜੇ ਨੋਹਾਂ ਆਉਂਦੀਆਂ ਨੇ ਉਹਨਾਂ ਤੋਂ ਵੀ ਆਸਾਂ ਲਗਾਉਂਦੇ ਨੇ, ਹੈਨਾ। ਕਹਿੰਦੇ ਨੇ ਕਿ ਜੇ ਪੁੱਤ ਤੁਹਾਡਾ ਚੰਗਾ ਹੋਵੇ, ਨੌਂ ਤੁਹਾਡੀ ਨਾ ਚੰਗੀ ਹੋਵੇ, ਤਾਂ ਫਿਰ ਉਹ ਘਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੋ ਜਾਏਗਾ ਆਪਾਂ ਸੋਚ ਸਕਦੇ ਹੈਗੇ ਨਾ। ਸੋ ਇਸ ਕਰਕੇ ਕਹਿੰਦੇ ਕਿ ਘਰ ਦੇ ਵਿੱਚ ਸਿਰਫ ਆਪਣੇ ਬੱਚਿਆਂ ਤੋਂ ਆਸਾਂ ਨਹੀਂ ਹੁੰਦੀਆਂ, ਬਜ਼ੁਰਗਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਨੌਂ ਹੁੰਦੇ ਨੇ, ਜਵਾਈ ਹੁੰਦੇ ਨੇ, ਉਹਨਾਂ ਤੋਂ ਵੀ ਆਸਾਂ ਹੁੰਦੀਆਂ ਨੇ, ਭਾਵੇਂ ਉਹ ਦੂਜੇ ਘਰ ਦੇ ਹੁੰਦੇ ਨੇ, ਪਰ ਫਿਰ ਵੀ ਆਸਾਂ ਉਹਨਾਂ ਤੇ ਹੀ ਟਿਕਦੀਆਂ ਹੁੰਦੀਆਂ ਨੇ। ਕਿਉਂਕਿ ਇੱਕ ਔਰਤ ਹੀ ਹੁੰਦੀ ਹੈ ਜਿਹੜੀ ਕਹਿੰਦੇ ਕਿ ਆਪਾਂ ਘਰ ਨੂੰ ਸੰਭਾਲ ਸਕਦੀ ਹੈ ਤੇ ਘਰ ਨੂੰ ਵਿਗਾੜ ਸਕਦੀ ਹੈ। ਹੁਣ ਬਜ਼ੁਰਗਾਂ ਨੇ ਸਾਨੂੰ ਜੋ ਬਣਾ ਕੇ ਦਿੱਤਾ ਉਹ ਤਾਂ ਦੇ ਦਿੱਤਾ, ਹੁਣ ਗੱਲ ਸਾਡੀ ਹੈਗੀ ਹੈ ਕਿ ਅਸੀਂ ਉਹਨੂੰ ਕਿੱਦਾਂ ਸੰਭਾਲਦੇ ਹੈਗੇ ਆ ਨਾ। ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਹੀ ਮਾਇਨੇ ਰੱਖਦੀਆਂ। ਆਸਾਂ ਤੇ ਜ਼ਿੰਦਗੀ ਟਿਕੀ ਹੋਈ ਆ। ਫਿਰ ਅਸੀਂ ਕਵਾਂਗੇ ਬਹੁਤ ਸਾਰੀਆਂ ਜਿਹੜੀਆਂ ਆਸਾਂ ਹੈਗੀਆਂ ਗਾਹੇ ਬਗਾਹੇ ਅਸੀਂ ਰਾਹ ਜਾਂਦਿਆਂ ਤੋਂ ਵੀ ਕਰ ਲੈਂਦੇ ਹਾਂ, ਕਰਦੇ ਹਾਂ, ਹਨਾ। ਅਸੀਂ ਕਈ ਵਾਰ ਹੁੰਦਾ ਕਿ ਰਾਹ ਭੁੱਲ ਗਏ ਹੁੰਦੇ ਆ ਜਾਂ ਨਵੀਂ ਜਗ੍ਹਾ ਤੇ ਗਏ ਹੁੰਦੇ ਆ, ਅਸੀਂ ਪੁੱਛਦੇ ਆ, ਸਾਡਾ ਗੂਗਲ ਮੈਪ ਵੀ ਉੱਥੇ ਕੰਮ ਨਹੀਂ ਕਰਦਾ। ਕੰਮ ਕਰੇ ਨਾ ਕਰੇ, ਪੰਜਾਬੀਆਂ ਨੂੰ ਆਦਤ ਹੁੰਦੀ ਆ। ਨਹੀਂ, ਉੱਥੇ ਜਿੱਥੇ ਗੂਗਲ ਮੈਪ ਕੰਮ ਨਹੀਂ ਨਾ ਕਰਦਾ, ਉੱਥੇ ਕੋਈ ਪੁਰਾਣਾ ਜਿਹਾ 87 ਸਾਲਾਂ ਦਾ ਬੁੜਾ ਵਿਚਾਰਾ ਜਿਹੜਾ ਕੁੱਬਾ ਜਿਹਾ ਹੋਇਆ, ਹੱਥ ਵਿੱਚ ਗੁੰਡੀ ਫੜੀ ਹੁੰਦੀ ਆ, ਮੋਟੀਆਂ ਮੋਟੀਆਂ ਐਨਕਾਂ ਉਹਦੇ ਲੱਗੀਆਂ ਹੁੰਦੀਆਂ, ਉਹ ਵਿਚਾਰਾ ਤੁਰਿਆ ਜਾਂਦਾ। ਗੂਗਲ ਮੈਪ ਦੇ ਨਾਲੋਂ ਵੱਧ ਕੰਮ ਉਹ ਕਰ ਜਾਂਦਾ। ਸੱਚੀ ਗੱਲ ਹੈ। ਉਹ ਤਾਂ ਅਸੀਂ ਲੱਭਦੇ ਰਹਿੰਦੇ ਆ, ਪਰ ਫਿਰ ਵੀ ਆਪਣੇ ਪੰਜਾਬੀਆਂ ਦੇ ਨਾ ਮਤਲਬ ਇੱਕ ਦਿਮਾਗ ਦੇ ਵਿੱਚ ਇਹ ਹੈ, ਗੂਗਲ ਮੈਪ ਵੀ ਕਿਤੇ ਗਲਤ ਤਾਂ ਨਹੀਂ ਹੈ। ਅਸੀਂ ਫਿਰ ਵੀ ਆਲੇ ਦੁਆਲੇ ਜਿੰਨੇ ਲੋਕ ਹੁੰਦੇ ਨੇ ਉਹਨਾਂ ਤੋਂ ਪੁੱਛਦੇ ਆ ਨਾ। ਤੇ ਕਈ ਲੋਕ ਇਦਾਂ ਦੇ ਹੁੰਦੇ ਨੇ ਕਿ ਤੁਹਾਨੂੰ ਸਹੀ ਰਾਸਤਾ ਵੀ ਨਹੀਂ ਦੱਸਦੇ, ਹੈ ਨਾ। ਤੇ ਕਈ ਲੋਕ ਹੁੰਦੇ ਨੇ ਤੁਹਾਨੂੰ ਰਾਸਤਾ ਪਾ ਦਿੰਦੇ ਨੇ ਕਿ ਇੱਧਰ ਨੂੰ ਜਾ ਕੇ ਇੱਧਰ ਚਲੇ ਜਾਓ, ਜੇ ਉੱਥੇ ਕਿਤੇ ਨਾ ਮਿਲੇ ਉੱਥੇ ਅੱਗੇ ਜਾ ਕੇ ਦੱਸ ਦਿਓ। ਨਹੀਂ ਦੇਖੋ, ਸਾਡੇ ਪੰਜਾਬੀ ਦੱਸਦੇ ਇਦਾਂ, ਜਿਹੜੀ ਸਾਡੀ ਆਸ ਹੁੰਦੀ ਨਾ ਵੀ ਸਾਨੂੰ ਰਸਤਾ ਕੋਈ ਸਹੀ ਦੱਸੇ, ਉਹ ਦੱਸਣ ਦੇਖੋ ਇੱਥੋਂ ਤੁਸੀਂ ਸਿੱਧੇ ਚੱਲ ਜਾਓ, ਅੱਗੇ ਜਾ ਕੇ ਇੱਕ ਉਹਨਾਂ ਦਰਖਤ, ਉੱਥੋਂ ਤੁਸੀਂ ਖੱਬੇ ਹੋ ਜਾਣਾ, ਖੱਬੇ ਜਾ ਕੇ ਤੁਸੀਂ ਸਿੱਧੇ ਚੱਲ ਜਾਣਾ, ਕਿਸੇ ਪਾਸੇ ਮੁੜਨਾ ਨਹੀਂ, ਗਲੀਆਂ ਗੁਲੀਆਂ ਮੁੜਨਗੀਆਂ, ਅੱਗੇ ਜਾ ਕੇ ਲਾਸਟ ਦੇ ਵਿੱਚ ਇੱਕ ਭੀੜੀ ਜੀ ਗਲੀ ਆਉਣੀ ਆ, ਤੁਸੀਂ ਉਸ ਭੀੜੀ ਗਲੀ ਦੇ ਵਿੱਚ ਹੋ ਜਾਓ, ਅੱਗੇ ਜਾ ਕੇ ਸਿੱਧੇ ਤੁਹਾਨੂੰ ਨਾ ਗਲੀ ਖੁੱਲ ਜਾਣੀ ਆ, ਫਿਰ ਉੱਥੇ ਚੌਂਕ ਜਿਹਾ ਹੋਣਾ, ਚੌਂਕ ਦੇ ਵਿੱਚ ਨਾ ਇੱਕ ਹੱਟੀ ਆ, ਉਹਦੇ ਠੰਡੇ ਠੁੰਡੇ ਪਏ ਹੋਣੇ ਆ, ਕਰਿਆਨਾ ਕਰੂਨਾ ਜਿਹਾ ਹੋਣਾ, ਬਾਹਰ ਬੋਰੀਆਂ ਜਿਹੀਆਂ ਪਈਆਂ ਹੋਣੀਆਂ, ਕਹਿੰਦਾ ਆਹੋ ਬਸ ਉੱਥੋਂ ਪੁੱਛ ਲਿਓ ਫਿਰ ਜਾ ਕੇ। ਇੱਦਾਂ ਹੀ ਤਾਂ ਸਾਡੀ ਆਸਾਂ ਪੁੱਗਦੀਆਂ ਨਾ। ਬੰਦੇ ਦੀ ਆਸ ਪੁੱਗੇ ਨਾ ਪੁੱਗੇ, ਤੇਲ ਜ਼ਰੂਰ ਮੁੱਕ ਜਾਂਦਾ। ਸਹੀ ਗੱਲ ਆ। ਪਰ ਫਿਰ ਵੀ ਕਈ ਸਿੱਧੇ ਰਾਹ ਪਾਉਣ ਵਾਲੇ ਜਿਹੜੇ ਇਦਾਂ ਦੇ ਹੁੰਦੇ ਹੈਗੇ ਜਿਨ੍ਹਾਂ ਤੋਂ ਅਸੀਂ ਆਸ ਲਗਾ ਕੇ ਰੋਕਦੇ ਆ। ਹਾਂ, ਅਸੀਂ ਰੁਕ ਜਾਂਦੇ ਆ ਉੱਥੇ, ਅਸੀਂ ਦੇਖਦੇ ਆ ਕਿ ਆਹ ਬੰਦਾ ਸਾਨੂੰ ਦੱਸ ਸਕਦਾ ਹੈਗਾ, ਰਾਹ ਦੱਸ ਸਕਦਾ ਹੈ, ਇਹ ਸਾਨੂੰ ਸਹੀ ਰਾਹੇ ਪਾ ਸਕਦਾ ਹੈ। ਸੋ ਆਸਾਂ ਨਿੱਕੀਆਂ ਨਿੱਕੀਆਂ ਵੀ ਹੋ ਸਕਦੀਆਂ, ਵੱਡੀਆਂ ਵੱਡੀਆਂ ਵੀ ਹੋ ਸਕਦੀਆਂ। ਮੈਂ ਤੇ ਕਹਿੰਦੀ ਆਸ ਤਾਂ ਆਪਾਂ ਉੱਤੋਂ ਵੀ ਲਵਾ ਲੈਂਦੇ, ਜਦੋਂ ਆਪਾਂ ਪਾਪੜ ਖਾਂਦੇ ਹੈਗੇ ਉੱਤੇ ਜਦੋਂ ਉਹ ਲਾਲ ਜੀ ਚਟਨੀ ਪਾ ਕੇ ਦਿੰਦਾ ਕਿ ਭਾਈ ਹੋਰ ਪਾ ਦੇ, ਆਸ ਜਿਹੀ ਹੁੰਦੀ ਆ, ਉਹਦੀ ਸ਼ਕਲ ਦੇਖ ਕੇ ਹੀ ਆਪਾਂ ਦੇ ਲੈਂਦੇ ਕਿ ਪਾ ਸਕਦਾ ਕਿ ਨਹੀਂ ਪਾ ਸਕਦਾ। ਦੇਖੋ ਜਿਹੜਾ ਤੁਹਾਡਾ ਮਹਿਕਮਾ ਨਾ ਬੀਬੀਆਂ ਦਾ, ਉਹਨਾਂ ਦੀਆਂ ਆਸਾਂ ਕੁਝ ਜ਼ਿਆਦਾ ਹੁੰਦੀਆਂ। ਹੁਣ ਗੋਲ ਗੱਪੇ ਖਾ ਕੇ ਐਨ ਤਸੱਲੀ ਕਰਕੇ ਫਿਰ ਵੀ ਆਸ ਹੁੰਦੀ ਕਿ ਇਹ ਹੁਣ ਸਾਨੂੰ ਪਾਣੀ ਵੀ ਪਿਲਾਵੇ, ਹੁੰਦੀ ਕਿ ਨਹੀਂ ਹੁੰਦੀ? ਲੈ ਅਸੀਂ ਤਾਂ ਸਬਜ਼ੀ ਵਾਲੇ ਭਾਈ ਤੋਂ ਚੱਲਦੀ ਤਾਂ ਸਾਨੂੰ ਆਸ ਹੁੰਦੀ ਆ ਉਹਨੂੰ ਦੇਖ ਕੇ ਵੀ ਧਨੀਆ ਫਰੀ ਦੇ ਦੂਗਾ, 2-4 ਮਿਰਚਾਂ ਵੱਧ ਪਾਉਂਦਾ ਕਿ ਨਹੀਂ ਪਾਉਂਦਾ। ਇਹ ਤੇ ਜ਼ਿੰਦਗੀ ਆ ਨਾ, ਇਹ ਇਦਾਂ ਹੀ ਆ, ਸਾਨੂੰ ਆਸਾਂ ਹੀ ਨੇ, ਠੀਕ ਹੈ ਨਾ। ਅਸੀਂ ਜਦੋਂ ਕਿਸੇ ਦੇ ਮੰਨ ਲਓ ਕਿਤੇ ਪ੍ਰਾਹੁਣੇ ਵੀ ਚੱਲ ਜਾਂਦੇ ਆ, ਉੱਥੇ ਵੀ ਸਾਨੂੰ ਹੁੰਦੀਆਂ ਕਿ ਆਸਾਂ ਬਹੁਤ, ਕਿ ਉਹਨੇ ਸਾਡੀ ਸੇਵਾ ਬਹੁਤ ਕਰਨੀ ਆ। ਪਤਾ ਹੀ ਉਦੋਂ ਲੱਗਦਾ ਜਦੋਂ ਚਾਹ ਵੀ ਬੇਹੀ ਮਿਲਦੀ ਆ, ਪਤਾ ਹੀ ਉਦੋਂ ਲੱਗਦਾ ਜਦੋਂ ਚਾਹ ਵੀ ਬੇਹੀ ਮਿਲ ਜਾਂਦੀ ਆ। ਗੱਲ ਇਹ ਆ ਕਿ ਆਸ ਦੇ ਨਾਲ
ਆਸ ਦੇ ਸਹਾਰੇ। ਆਸ ਦਾ ਸੂਰਜ ਆਪਣੇ ਮੱਥੇ ਦੇ ਵਿੱਚ ਜਗਾ ਕੇ ਰੱਖਣ ਵਾਲੇ ਹਮੇਸ਼ਾ ਮੰਜ਼ਿਲਾਂ ਤੇ ਪਹੁੰਚਦੇ ਨੇ। ਆਸ ਦਾ ਦੀਵਾ ਕਦੇ ਵੀ ਬੁਝਣਾ ਨਹੀਂ ਚਾਹੀਦਾ। ਇਹ ਹਮੇਸ਼ਾ ਜਗਾਈ ਰੱਖੋ। ਇਹਦੇ ਨਾਲ ਹੀ ਅੱਗੇ ਇਹਦੀ ਲੋ ਦੇ ਵਿੱਚ ਹੀ ਤੁਹਾਡੇ ਰਾਹ ਜਿਹੜੇ ਆ ਰੋਸ਼ਨ ਹੁੰਦੇ ਆ, ਤੁਸੀਂ ਅੱਗੇ ਮੰਜ਼ਿਲਾਂ ਤੇ ਪਹੁੰਚਦੇ ਹੋ। ਪਰ ਇੰਨੀ ਗੱਲ ਵੀ ਆਪਾਂ ਨਾਲ ਹੀ ਦੱਸ ਦਈਏ ਕਿ ਬਹੁਤੀਆਂ ਆਸਾਂ ਲਗਾਉਣੀਆਂ ਉਹ ਕਈ ਵਾਰ ਸਾਨੂੰ ਨੁਕਸਾਨ ਵੀ ਦਿੰਦੀਆਂ ਨੇ, ਕਿਉਂਕਿ ਜਦੋਂ ਆਸਾਂ ਟੁੱਟਦੀਆਂ ਨੇ ਬੰਦਾ ਟੁੱਟ ਜਾਂਦਾ ਹੈ। ਅੱਜ ਜੇਕਰ ਦੁਨੀਆ ਦੇ ਵਿੱਚ ਲੋਕ ਦੁਖੀ ਹੈ ਤੇ 100 ਦੇ ਵਿੱਚੋਂ 80% ਲੋਕਾਂ ਦੇ ਦੁੱਖਾਂ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਦੂਸਰੇ ਲੋਕਾਂ ਦੇ ਉੱਪਰ ਵਧੇਰੇ ਆਸਾਂ ਰੱਖ ਲਈਆਂ, ਆਸ ਪੂਰੀ ਨਹੀਂ ਹੋਈ, ਹੁਣ ਦੁਖੀ ਹੋ ਗਏ। ਸਹੀ ਗੱਲ ਹੈ। ਔਰ ਹੱਦ ਤੋਂ ਵੱਧ ਜ਼ਿਆਦਾ ਆਸ ਲਗਾਉਣੀ, ਆਪਾਂ ਕਹੀ ਜਾਈਏ ਕਿ ਕਿਸੇ ਇਹ ਮਤਲਬ ਆਪਾਂ ਕਹਿ ਸਕਦੇ ਹੈਗੇ ਕਿ ਇੱਕ ਤਰ੍ਹਾਂ ਆਸ ਦੀ ਅਸੀਂ ਜਿਹੜੀ ਹੈਗੀ ਵਰਤੋਂ ਨਾ ਉਹ ਗਲਤ ਤਰੀਕੇ ਨਾਲ ਕਰ ਰਹੇ ਹਾਂ, ਹੈ ਨਾ। ਸੋ ਕਈ ਵਾਰ ਹੁੰਦਾ ਕਿ ਜਦੋਂ ਆਸਾਂ ਅਸੀਂ ਵੱਧ ਲਗਾ ਲੈਂਦੇ ਹੈਗੇ ਆਪਾਂ ਕੰਮ ਕਰਨਾ ਹੀ ਬੰਦ ਕਰ ਦਿੰਦੇ ਹਾਂ, ਹੈ ਨਾ। ਆਪਾਂ ਨੂੰ ਇੱਕ ਜਜ਼ਬਾ ਨਹੀਂ ਹੁੰਦਾ ਅੰਦਰੋਂ, ਇੱਕ ਮਤਲਬ ਅਸੀਂ ਤਿਆਰ ਨਹੀਂ ਹੁੰਦੇ ਕਿ ਅਸੀਂ ਇਹ ਕੰਮ ਨੂੰ ਕਰਨਾ ਹੈਗਾ। ਅਸੀਂ ਆਸ ਲਗਾ ਲਈ, ਜਿੱਦਾਂ ਮੈਂ ਹੁਣੇ ਆਸ ਲਗਾ ਲਾ ਚੱਲ ਮੈਂ ਪ੍ਰੋਗਰਾਮ ਨਹੀਂ ਕਰਨਾ, ਜੋਗੀ ਜੀ ਆਪ ਹੀ ਪ੍ਰੋਗਰਾਮ ਕਰਨਾ, ਮੈਂ ਕਰ ਲੈਣਾ, ਮੈਨੂੰ ਵੀ ਵਧੀਆ ਸਗੋਂ। ਇੱਕ ਵਾਰੀ ਹੋ ਜਾ, 2 ਵਾਰੀ ਹੋ ਤੁਸੀਂ ਸ਼ਿਕਾਇਤ ਕਰ ਦੇਣੀ ਹੈ ਨਾ ਕਿ ਕਮਲ ਤਾਂ ਕੁਝ ਬੋਲਦੀ ਨਹੀਂ, ਮੈਨੂੰ ਕੋਲ ਬਿਠਾ ਦਿੰਦੇ, ਪੈਸੇ ਕਰ ਦਿੰਦੇ ਉਹਨੂੰ। ਹਾਂ, ਪੈਸੇ ਵਾਲੀ ਗੱਲ ਜ਼ਰੂਰ ਕਰੋ। ਹਾਂ, ਇਹ ਗੱਲ ਪੱਕੀ ਹੋ ਸਕਦੀ ਹੈ, ਪੈਸਿਆਂ ਵਾਲੀ ਗੱਲ ਜਿਹੜੀ ਹੈਗੀ ਨਾ। ਇੱਥੋਂ ਮਤਲਬ ਇੱਥੋਂ ਐ ਕਰਕੇ ਇੱਥੋਂ ਐ ਕਰ ਦਿਓ, ਇੱਧਰ ਮਾਰੋ ਕੈਂਚੀ, ਇੱਧਰ ਮਾਰੋ ਜਮਾ। ਸਹੀ ਗੱਲ ਹੈ। ਫਿਰ ਉਹੀ ਗੱਲ ਹੋ ਗਈ ਕਿ ਮੈਨੂੰ ਪਤਾ ਹੈ ਕਿ ਤੁਸੀਂ ਕਰ ਲੈਣਾ, ਹੈ ਨਾ, ਤੇ ਮੈਂ ਕਿਉਂ ਕਰਾਂ, ਫਿਰ ਉਹ ਚੀਜ਼ ਹੈ ਨਾ। ਹੁਣ ਇਹੀ ਆਸ ਜਿਹੜੀ ਹੈਗੀ ਉਹਦੀ ਅਸੀਂ ਦੁਰਵਰਤੋਂ ਕਰਦੇ ਹੈਗੇ ਆ, ਹੈ ਨਾ। ਕੁਝ ਆਸਾਂ ਹੁੰਦੀਆਂ ਨੇ, ਠੀਕ ਆ, ਅਸੀਂ ਨਹੀਂ ਕਰ ਸਕਦੇ, ਅਸੀਂ ਦੂਸਰੇ ਤੋਂ ਕਰਦੇ ਆ, ਪਰ ਪ੍ਰਯਤਨ ਵੀ ਤਾਂ ਕਰਨਾ ਚਾਹੀਦਾ ਹੈ ਨਾ, ਸਾਨੂੰ ਲਗਾਤਾਰ ਕੰਮ ਵੀ ਤਾਂ ਕਰਨਾ ਚਾਹੀਦਾ। ਅਸੀਂ ਹੁਣ ਕਹਿ ਦਈਏ ਅਸੀਂ ਇਹ ਕੰਮ ਨਹੀਂ ਕਰਨਾ, ਸਾਨੂੰ ਆਸ ਹੈ ਸਾਡਾ ਜਿਹੜਾ ਨੀਚੇ ਵਾਲਾ ਕਰਮਚਾਰੀ ਹੈਗਾ ਜਾਂ ਅਸੀਂ ਜਦੋਂ ਕੰਮਕਾਰ ਕਰਦੇ ਹੈਗੇ ਆ ਉਹ ਆਪ ਹੀ ਕਰ ਲਏਗਾ, ਇਹਦਾ ਮਤਲਬ ਕਿ ਉਹ ਵੀ ਫਰਸਟ੍ਰੇਟ ਹੋਏਗਾ, ਤੁਹਾਡੇ ਕਿਤੇ ਨਾ ਕਿਤੇ ਜੋ ਰਿਲੇਸ਼ਨਸ਼ਿਪ ਹੈਗਾ ਉਹ ਵੀ ਤੁਹਾਡਾ ਕਿਤੇ ਨਾ ਕਿਤੇ ਬ੍ਰੇਕ ਹੋਏਗਾ, ਟੁੱਟੇਗਾ, ਹੈ ਨਾ, ਖਟਾਸ ਆਏਗੀ। ਸੋ ਇਹੀ ਚੀਜ਼ ਹੈ ਕਿ ਆਸਾਂ ਲਗਾਉਣੀਆਂ ਤਾਂ ਚਾਹੀਦੀਆਂ ਨੇ, ਪਰ ਜਿੱਥੇ ਲੋੜ ਹੈਗੀ ਆ, ਹੈ ਨਾ, ਬੇਲੋੜੀਆਂ ਆਸਾਂ ਕਿਸੇ ਤੋਂ ਅਸੀਂ ਜਦੋਂ ਰੱਖਦੇ ਹੈਗੇ ਆ ਤੇ ਉਹਦਾ ਨੁਕਸਾਨ ਤੁਹਾਨੂੰ ਵੀ ਝੱਲਣਾ ਪੈਂਦਾ ਹੈ। ਬਿਲਕੁਲ ਜੀ। ਪਹਿਲੀ ਗੱਲ ਤਾਂ ਜ਼ਿੰਦਗੀ ਦੇ ਵਿੱਚ ਹੁਣ ਜਿਹੜਾ ਇਸ ਸਾਰੀ ਗੱਲਬਾਤ ਆਪਾਂ ਕਰ ਰਹੇ ਹਾਂ, ਪਹਿਲੀ ਗੱਲ ਤਾਂ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਇੰਨੇ ਕੁ ਸਮਰੱਥ ਕਰੋ ਕਿ ਤੁਸੀਂ ਬਹੁਤੀਆਂ ਆਸਾਂ ਕਿਸੇ ਤੇ ਲਗਾਓ ਨਾ। ਅੱਛਾ, ਪਰ ਆਸ ਛੱਡਣੀ ਵੀ ਨਹੀਂ, ਠੀਕ ਹੈ ਨਾ। ਆਸ ਆਪਣੇ ਉੱਪਰ ਜਗਾਓ ਕਿ ਤੁਸੀਂ ਹਰ ਇੱਕ ਕੰਮ ਨੂੰ ਕਰ ਸਕਦੇ ਹੋ, ਵੇਲਾ ਔਖਾ ਹੋਵੇ ਸੌਖਾ ਹੋਵੇ, ਤੁਸੀਂ ਉਹਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਸਕਦੇ ਹੋ, ਆਪਣੇ ਆਪ ਨੂੰ ਸੇਫ ਰੱਖ ਕੇ ਅੱਗੇ ਵਧ ਸਕਦੇ ਹੋ। ਆਪਣੇ ਜੋ ਦਿਲ ਦੇ ਵਿੱਚ ਸੋਚਿਆ ਤੁਸੀਂ, ਉਹ ਜੋ ਮਨ ਚਾਹਿਆ ਆ ਉਹ ਤੁਸੀਂ ਕਰ ਸਕਦੇ ਹੋ। ਆਸ ਹਮੇਸ਼ਾ ਬਣਾ ਕੇ ਰੱਖੋ, ਪਰ ਨਾਲ ਦੀ ਨਾਲ ਇਹ ਗੱਲ ਆ ਕਿ ਇੱਕ ਹੁਣ ਆਪਾਂ ਪ੍ਰੈਕਟੀਕਲ ਗੱਲ ਕਰ ਲਈਏ, ਇਕਨੋਮਿਕਸ ਦਾ ਰੂਲ ਆ, ਜਿਹੜੇ ਨੇ ਤੁਹਾਡੇ ਆਬਜੈਕਟਸ ਆ ਉਹ ਰਿਲਾਇਬਲ ਹੋਣੇ ਚਾਹੀਦੇ ਆ, ਠੀਕ ਹੈ ਨਾ। ਤੁਸੀਂ ਵੀ ਇਕਨੋਮਿਕਸ ਪੜ੍ਹੀ ਆ, ਭਰੋਸੇਯੋਗ ਹੋਣੇ ਚਾਹੀਦੇ ਆ। ਉਹ ਇਹ ਨਹੀਂ ਹੋਣੇ ਚਾਹੀਦੇ ਕਿ ਜੇਕਰ ਹੁਣ ਮੈਂ ਇੱਥੇ ਬੈਠਾ, ਮੈਂ ਕੱਲ ਨੂੰ ਕਹਿ ਦਵਾਂ ਮੈਂ ਤਾਂ ਇੱਕ ਰੌਕਟ ਤਿਆਰ ਕਰਨਾ ਜਿਹੜਾ ਮੈਂ ਚੰਨ ਤੇ ਛੱਡ ਦੂੰਗਾ, ਹਨਾ, ਇਦਾਂ ਥੋੜਾ ਹੋਣੀ। ਇਹ ਤਾਂ ਹੋ ਸਕਦਾ ਕਿ ਮੈਂ ਦੀਵਾਲੀ ਨੂੰ ਇੱਕ ਰੌਕਟ ਲਿਆਵਾਂ ਤੇ ਉਹਨੂੰ ਫੀਤੇ ਨੂੰ ਅੱਗ ਲਾਵਾਂ ਤੇ ਥੋੜੀ ਜਿਹੀ ਉੱਪਰ ਚੱਲ ਜਾਵੇ, ਰਿਐਲਿਟੀ ਹੋਣੀ ਚਾਹੀਦੀ ਹੈ। ਇਹ ਤਾਂ ਹੋਣਾ ਚਾਹੀਦਾ, ਐਡੀਆਂ ਗੱਪਾਂ ਨਹੀਂ ਹੋਣੀਆਂ ਚਾਹੀਦੀਆਂ। ਸਾਡੀਆਂ ਜਿਹੜੀਆਂ ਆਸਾਂ ਇੰਨੀਆਂ ਵੱਡੀਆਂ ਨਹੀਂ ਹੋਣੀਆਂ ਚਾਹੀਦੀਆਂ। ਸਾਡੀਆਂ ਆਸਾਂ, ਠੀਕ ਹੈ, ਛੋਟੀਆਂ ਆਸਾਂ ਜਿਹੜੀਆਂ ਪੁੱਗ ਜਾਂਦੀਆਂ, ਵੱਡੀਆਂ ਆਸਾਂ ਜਾਂ ਲੋੜ ਤੋਂ ਜ਼ਿਆਦਾ ਜਾਂ ਕਿਸੇ ਨੂੰ ਠੱਗਣ ਦੀਆਂ ਆਸਾਂ, ਇਹ ਜਿਹੜੀਆਂ ਆਸਾਂ ਨੇ ਇਹ ਤੁਹਾਨੂੰ ਹਮੇਸ਼ਾ ਨਿਰਾਸ਼ ਕਰਨਗੀਆਂ, ਪਰੇਸ਼ਾਨ ਕਰਨਗੀਆਂ, ਰਾਤਾਂ ਦੀ ਨੀਂਦ ਜਿਹੜੀ ਉਡਾ ਦੇਣਗੀਆਂ। ਫਿਰ ਕਈ ਵਾਰ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ। ਸੋ ਅਜਿਹੀਆਂ ਆਸਾਂ ਆਪਣੇ ਰਿਸ਼ਤਿਆਂ ਦੇ ਵਿੱਚੋਂ, ਆਪਣੇ ਕੰਮ ਦੇ ਵਿੱਚੋਂ, ਆਪਣੇ ਆਂਢ ਗੁਆਂਢ ਦੇ ਵਿੱਚੋਂ, ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਸਹੇਲੀਆਂ ਦੇ ਵਿੱਚੋਂ ਰੱਖਣੀਆਂ ਨਹੀਂ ਚਾਹੀਦੀਆਂ। ਆਸ ਉਹ ਰੱਖੋ ਕਿ ਜਿਹਨੂੰ ਤੁਸੀਂ ਜੇਕਰ ਅਗਲਾ ਨਾ ਪੂਰਾ ਕਰ ਸਕੇ ਫਿਰ ਆਪ ਕਰ ਦਿਓ। ਬਿਲਕੁਲ ਠੀਕ ਆ। ਔਰ ਕਹਿੰਦੇ ਨੇ ਕਿ ਜਿਹੜਾ ਆਸ ਦਾ ਦੀਵਾ ਹਮੇਸ਼ਾ ਜਲਦਾ ਹੀ ਰਹਿਣਾ ਚਾਹੀਦਾ ਹੈ, ਪਰ ਉਹਨੂੰ ਜਾਲਣ ਦੇ ਲਈ ਜਿਹੜਾ ਅਸੀਂ ਤੇਲ ਰੂਪੀ ਆਪਾਂ ਕੋਈ ਵੀ ਆਪਣੀਆਂ ਫੀਲਿੰਗਸ ਕੋਸ਼ਿਸ਼ ਪਾਉਣੀ ਆ, ਬਿਲਕੁਲ ਕੋਸ਼ਿਸ਼ ਕਰਨੀ, ਮਿਹਨਤ ਦਾ ਤੇਲ ਜਿਹੜਾ ਹੈਗਾ ਉਹ ਪਾਣਾ। ਅਸੀਂ ਜੇ ਅਸੀਂ ਕਿਸੇ ਤੋਂ ਉਮੀਦਾਂ ਲਗਾਉਂਦੇ ਆ ਤੇ ਸਾਡੇ ਤੇ ਵੀ ਕੋਈ ਉਮੀਦਾਂ ਲਈ ਬੈਠਾ ਹੋਇਆ। ਮੈਂ ਕਹਾਂ ਜੀ ਨਹੀਂ, ਜੇਕਰ ਤੁਸੀਂ ਕਿਸੇ ਤੋਂ ਉਮੀਦਾਂ ਲਾਉਨੇ ਆ, ਜਿਹੜਾ ਤੁਹਾਡੀ ਆਸ ਦਾ ਦੀਵਾ ਆ ਉਹ ਸਾਰੇ ਫੂਕ ਮਾਰ ਕੇ ਹੈਪੀ ਬਰਥਡੇ ਕਰਨ ਵਾਲੇ ਹੁੰਦੇ ਆ। ਨਹੀਂ, ਦੀਵਿਆਂ ਨੂੰ ਨਹੀਂ ਫੂਕ ਮਾਰੀ ਨਹੀਂ ਹੁੰਦੀ। ਨਹੀਂ, ਉਹ ਮਾਰ ਜਾਂਦੇ ਆ ਲੋਕੀ, ਦੀਵਾ ਬੁਝਾ ਕੇ ਜ਼ਿਆਦਾ ਖੁਸ਼ ਆ। ਖੈਰ, ਚਿਰਾਗ ਬਲਦੇ ਰਹਿਣ ਸਾਰਿਆਂ ਦੇ, ਪਰ ਚੱਕਰ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਸੋਚਣਾ ਪਏਗਾ। ਅਸੀਂ ਲੋਕ ਬਹੁਤ ਜ਼ਿਆਦਾ ਇੱਕ ਦੂਸਰੇ ਦੇ ਉੱਪਰ ਆਸਵੰਦ ਹੋ ਗਏ ਆ, ਆਸਾਂ ਰੱਖਦੇ ਆ। ਆਸਵੰਦ ਹੋਣਾ ਮਾੜੀ ਗੱਲ ਨਹੀਂ, ਪਰ
ਡਿਪੈਂਡ ਹੋ ਜਾਣਾ ਕਿ ਹਾਂ ਬਈ ਹੁਣ ਮੇਰੇ ਕੋਲ ਤਾਂ ਨਹੀਂ ਹੋਣਾ, ਆਸ ਇਹ ਜੋ ਤੋਂ ਲੈ ਕਰ ਕੇ, ਦੂਗਾ ਹਾਂ। ਇਹੀ ਕਰੂਗਾ। ਸੋ ਇਸ ਕਰਕੇ ਆਪਣੇ ਕੰਮ, ਆਪਣੇ ਜੋ ਮਨਸੂਬੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਾਸਤੇ ਜੋ ਤੁਹਾਡੇ ਕੋਲ ਜਿੰਨਾ ਵੀ ਤਾਣ ਹੈਗਾ ਉਹਨੂੰ ਜ਼ਰੂਰ ਲਗਾਓ। ਸਭ ਤੋਂ ਪਹਿਲੀ ਗੱਲ ਕਿ ਆਪਣੇ ਸਾਧਨਾਂ ਦੇ ਮੁਤਾਬਕ ਆਪਣੇ ਜਿਹੜੇ ਆਬਜੈਕਟ ਤੁਸੀਂ ਫਿਕਸ ਕਰ ਲਓ ਔਰ ਉਹਨਾਂ ਤੋਂ ਬਾਅਦ ਹੀ ਫਿਰ ਤੁਸੀਂ ਕਿਸੇ ਤੇ ਆਸ ਲਗਾਓ। ਕਿਉਂਕਿ ਦੇਖੋ ਕੋਈ ਬੰਦਾ ਜਾਂਦਾ ਹੋਵੇ ਨਾ ਕੋਈ ਸਫ਼ਰ ਦੇ ਦੌਰਾਨ, ਕੋਈ ਮਾੜਾ ਮੋਟਾ ਤੁਹਾਨੂੰ ਨਾਲ ਬੈਠਾ ਹੋਵੇ, ਅੱਬਲ ਤਾਂ ਹੁਣ ਕਹਿਣ ਲੱਗ ਪਿਆ ਕਿ ਕੋਈ ਖਾਣਾ ਨਹੀਂ ਚਾਹੀਦਾ ਹੈ ਨਾ। ਕੋਈ ਸਮਾਂ ਹੁੰਦਾ ਸੀ ਅਸੀਂ ਤਾਂ ਅੱਖ ਹੀ ਦੂਸਰੇ ਦੇ ਨਾਲ ਦੇ ਰੱਖੀ ਦੀ ਹੁੰਦੀ ਸੀ ਵੀ ਯਾਰ ਇਹ ਕੀ ਖਾਣ ਲੱਗਾ ਵੀ ਸਾਨੂੰ ਕੁਝ ਦਊਗਾ ਕਿ ਨਹੀਂ ਦਊਗਾ। ਪਰ ਸਮਾਂ ਬਦਲ ਗਿਆ। ਹੁਣ ਜਿੱਦਾਂ ਉਹ ਲੋਕ ਕਹਿਣ ਲੱਗ ਪਏ ਨੇ ਕਿ ਕਿਸੇ ਆਪਣੇ ਸਾਥੀ ਤੋਂ ਜਿਹੜਾ ਤੁਹਾਡੇ ਨਾਲ ਹਮਸਫ਼ਰ ਜਾ ਰਿਹਾ ਉਹਦੇ ਕੋਲੋਂ ਲੈ ਕੇ ਕੁਝ ਖਾਣਾ ਪੀਣਾ ਨਹੀਂ, ਤੇ ਇਸੇ ਤਰ੍ਹਾਂ ਹੀ ਬਹੁਤੀਆਂ ਆਸਾਂ ਵੀ ਜਿਹੜੀਆਂ ਉਹ ਸਾਡਾ ਕੰਮ ਖਰਾਬ ਕਰ ਸਕਦੀਆਂ। ਸਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਆ ਉਹਦੇ ਵਿੱਚ ਬਹੁਤ ਵੱਡਾ ਕੀ ਕਹਿੰਦੇ ਹੁੰਦੇ ਇੱਕ ਖਲਾਅ ਪੈਦਾ ਕਰ ਸਕਦੀਆਂ, ਉਤਰਾਅ ਚੜ੍ਹਾਅ ਆ ਸਕਦਾ। ਸੋ ਉਹਦੇ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਇੰਨਾ ਕੀ ਕਹਿੰਦੇ ਹੁੰਦੇ ਬੁਲੰਦ ਕਰੀਏ कि खुद ही को कर बुलंद इतना कि चढ़ जा सबसे ऊंचे पहाड़ पर, खुदा तुमसे आकर खुद पूछे कि मामा हुण चढ़ तां गया उतरना किद्दां। कोई नहीं, मैनू बुला लियो, मैं दऊं धक्का। हाँ भी मामे ने थल्ले उतार दूं फिर मैं। लो जी, बहुत गल्लां कर लईआं। हाँ बिल्कुल, गल तां इत्थे मुक्कदी है कि कहंदे ने कि आओ फिर अपनी जिंदगी ਦੇ ਵਿੱਚ ਆਪਾਂ ਜਿਹੜੀਆਂ ਦੂਸਰਿਆਂ ਤੋਂ ਆਸਾਂ ਰੱਖਦੇ ਆ ਆਪਣੇ ਆਪ ਤੇ ਰੱਖੀਏ ਤਾਂ ਕਿ ਅਸੀਂ ਜ਼ਿੰਦਗੀ ਨੂੰ ਹੋਰ ਵੀ ਸੁਖਾਵਾਂ ਬਣਾ ਸਕੀਏ। ਸੋ ਅੱਜ ਦੀਆਂ ਆਸਾਂ ਤੇ ਅਸੀਂ ਗੱਲਬਾਤ ਕੀਤੀ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏਗਾ। ਔਰ ਫਿਲਹਾਲ ਮੈਨੂੰ ਕਮਲਪ੍ਰੀਤ ਕੌਰ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।